श्लोक। वाहिगुरु जी का खालसा वाहिगुरु जी की फतेह जी। सारे वीर भैणों ਨੂੰ स्वागत है जी ਤੁਹਾਡਾ ऑनलाइन गुरमत क्लास ਵਿੱਚ। ਅੱਜ ਦੀ जो विचार है ਉਹਦੇ ਬਾਰੇ आप अंग नोट कर लो। रामकली की वार महला पंजवा ਤੇ अंग हैगा 963 और पौड़ी हैगी है 12ਵੀਂ। ਅਸੀਂ ਕੱਲ ਤੱਕ 11 ਪੌੜੀਆਂ ਦੀ ਵਿਚਾਰ ਜਿਹੜੀ ਹੈ ਸਾਂਝੀ ਕਰ ਚੁੱਕੇ ਹਾਂ। 12ਵੀਂ ਪੌੜੀ ਦੀ ਵਿਚਾਰ ਅੱਜ ਅਸੀਂ ਸਾਂਝੀ ਕਰਾਂਗੇ और इस 12ਵੀਂ पौड़ी ਦੇ ਨਾਲ जो पहला श्लोक है ਉਹ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਅੰਗ ਦੁਬਾਰਾ ਨੋਟ ਕਰਨਾ ਕਰ ਲਓ 963 963 ਇਹ ਅੰਗ ਹੈਗਾ ਅੱਜ ਦਾ ਤੇ ਇਥੋਂ ਅਸੀਂ ਵਿਚਾਰ ਆਰੰਭ ਕਰ ਰਹੇ ਹਾਂ। ਸ਼ਲੋਕ ਮਹਿਲਾ ਪੰਜਵਾਂ। अमृत बाणी अम्यो रस अमृत हर का नाम मन तन हृदय सिमर हर आठ पहर गुण गाओ। अम्यो रस का मतलब है आत्मक जीवन देन वाला रस, अमृत का स्वाद, जिस तरह ही सानू आत्मक जीवन मिलता है। अम्यो बाणी का मतलब आत्मक जीवन देन वाली प्रभु की सिफत सलाह की बाणी ਤੇ ਨਾਮ ਦਾ ਮਤਲਬ ਹੈਗਾ ਨਾਮ, ਯਾਨੀ ਜੋ ਪ੍ਰਭੂ ਦਾ ਹੁਕਮ ਹੈ। ਤਾਂ ਜੋ ਪ੍ਰਭੂ ਦਾ ਹੁਕਮ ਹੈ ਆਤਮਿਕ ਜੀਵਨ ਦੇਣ ਵਾਲਾ ਹੈ। ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ, ਗੁਰੂ ਦਾ ਉਪਦੇਸ਼, ਗੁਰੂ ਦੀ ਪਾਵਨ ਬਾਣੀ ਆਤਮਿਕ ਜੀਵਨ ਦੇਣ ਵਾਲੀ ਹੈ। ਮਤਲਬ ਕਿ ਜੇ ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਂਦੇ ਹਾਂ ਤਾਂ ਸਾਨੂੰ ਆਤਮਿਕ ਜੀਵਨ ਮਿਲਦਾ ਹੈ। ਅਸੀਂ ਰੱਬੀ ਗੁਣ ਗਾਉਂਦੇ ਹਾਂ, ਸਿਫਤ ਸਲਾਹ ਕਰਦੇ ਹਾਂ, ਗੁਣਾਂ ਦੇ ਧਾਰਨੀ ਹੁੰਦੇ ਹਾਂ, ਸਾਨੂੰ ਆਤਮਿਕ ਜੀਵਨ ਮਿਲਦਾ ਹੈ। ਅਸੀਂ ਰੱਬੀ ਰਜ਼ਾ ਭਾਣੇ ਵਿੱਚ ਤੁਰਦੇ ਹਾਂ, ਆਤਮਿਕ ਜੀਵਨ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਇਸ ਲਈ ਜੇ ਅਸੀਂ ਆਤਮਿਕ ਜ਼ਿੰਦਗੀ ਜੀਣੀ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ, ਰੱਬੀ ਗੁਣ, ਗੁਰੂ ਦਾ ਪਾਵਨ ਉਪਦੇਸ਼, ਗੁਰੂ ਦੀ ਪਾਵਨ ਬਾਣੀ, ਪ੍ਰਭੂ ਦਾ ਹੁਕਮ, ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੈ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਓ, ਕਿ ਮਨ ਕਰਕੇ ਔਰ ਤਨ ਕਰਕੇ ਰੱਬ ਨੂੰ ਯਾਦ ਰੱਖੋ। ਮਨ ਕਰਕੇ ਤਨ ਕਰਕੇ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੋ। ਆਠ ਪਹਿਰ ਗੁਣ ਗਾਓ ਦਾ ਮਤਲਬ ਅੱਠੇ ਪਹਿਰ ਪ੍ਰਭੂ ਦੀ ਸਿਫਤ ਸਲਾਹ ਕਰੋ, ਯਾਨੀ ਹਰ ਵਕਤ ਰੱਬੀ ਰਜ਼ਾ ਭਾਣੇ ਵਿੱਚ ਤੁਰੋ, ਹਰ ਵੇਲੇ ਰੱਬੀ ਗੁਣਾਂ ਦੇ ਧਾਰਨੀ ਰਹੋ ਔਰ ਹਰ ਪਲ ਜਿਹੜਾ ਹੈ ਗੁਰੂ ਦੀ ਪਾਵਨ ਬਾਣੀ ਮੁਤਾਬਕ ਬਿਤਾਉਣ ਦਾ ਯਤਨ ਕਰੋ। ਅੱਠੇ ਪਹਿਰ ਮਨ ਕਰਕੇ ਤਨ ਕਰਕੇ ਰੱਬੀ ਸਿਫਤ ਸਲਾਹ ਦੇ ਵਿੱਚ ਜੁੜੇ ਰਹੋ। ਉਪਦੇਸ਼ ਸੁਣੋ ਤੁਮ ਗੁਰ ਸਿੱਖੋ, ਸੱਚਾ ਇਹ ਸੁਆਓ। ਸੁਆਓ ਦਾ ਮਤਲਬ ਹੈ ਸਵਾਰਥ, ਯਾਨੀ ਮਨੋਰਥ, ਜ਼ਿੰਦਗੀ ਦਾ ਪ੍ਰਯੋਜਨ, ਜਿਹਨੂੰ ਅਸੀਂ ਗੋਲ ਵੀ ਕਹਿ ਦਿੰਦੇ ਹਾਂ, ਏਮ ਵੀ ਕਹਿ ਦਿੰਦੇ ਹਾਂ, ਜੀਵਨ ਮਨੋਰਥ ਕਹਿ ਦਿੰਦੇ ਹਾਂ। ਤਾਂ ਸਾਡੇ ਜੀਵਨ ਦਾ ਮਨੋਰਥ ਕੀ ਹੋਣਾ ਚਾਹੀਦਾ ਹੈ? ਜੀਵਨ ਦਾ ਪ੍ਰਯੋਜਨ ਕੀ ਹੈ? ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਗੁਰੂ ਦੇ ਸਿੱਖੋ, ਗੁਰੂ ਦਾ ਇਹ ਉਪਦੇਸ਼ ਸਰਵਣ ਕਰੋ। ਇਹ ਜ਼ਿੰਦਗੀ ਦਾ ਸੱਚਾ ਮਨੋਰਥ ਹੈ। ਜਿਹੜਾ ਇਹ ਸਿਫਤ ਸਲਾਹ ਵਾਲਾ ਮਨੋਰਥ ਹੈ ਨਾ, ਗੁਰੂ ਦੀ ਬਾਣੀ ਅਨੁਸਾਰ ਜ਼ਿੰਦਗੀ ਜੀਣੀ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਰੱਬੀ ਰਜ਼ਾ ਦੇ ਅੰਦਰ ਤੁਰਨਾ, ਇਹੋ ਹੀ ਜ਼ਿੰਦਗੀ ਦਾ ਪ੍ਰਯੋਜਨ ਹੈ। ਜੋ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵੀ ਵਿਚਾਰਿਆ ਸੀ ਨਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਰੱਬੀ ਰਜ਼ਾ ਭਾਣੇ ਵਿੱਚ ਤੁਰਨਾ, ਰੱਬੀ ਸਿਫਤ ਸਲਾਹ ਕਰਨੀ, ਗੁਣਾਂ ਦੇ ਧਾਰਨੀ ਹੋਣਾ, ਗੁਰੂ ਉਪਦੇਸ਼, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣਾ ਹੀ हे ਗੁਰਸਿੱਖੋ ਸਾਡੇ ਜੀਵਨ ਦਾ ਮਨੋਰਥ ਹੈ। ਇਹ ਉਪਦੇਸ਼ ਤੁਸੀਂ ਸਰਵਣ ਕਰੋ ਔਰ ਇਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਓ। ਇਹਦੇ ਨਾਲ ਕੀ ਹੋਏਗਾ? ਜਨਮ ਪਦਾਰਥ ਸਫਲ ਹੋਏ, ਮਨ ਮੈਂ ਲਾਏ ਹੋ ਭਾਓ। ਭਾਓ ਦਾ ਮਤਲਬ ਪਿਆਰ, ਪਦਾਰਥ ਦਾ ਮਤਲਬ ਹੁੰਦਾ ਹੈ ਕੀਮਤੀ ਚੀਜ਼। ਜਨਮ ਪਦਾਰਥ ਜੋ ਇਹ ਕੀਮਤੀ ਜੀਵਨ ਹੈ। ਸਫਲ ਹੋਏ ਦਾ ਮਤਲਬ
कि ये फलदायक हो जाएगा, ये सफल हो जाएगा, सार्थक हो जाएगा, मुबारक हो जाएगा, महान हो जाएगा। मन विच प्रभु दा प्यार टिकाओ ते ये मनुखा जीवन रूप कीमती दात जो है ये सफल हो जाएगी। दो चीजां हुंदियां ने, जिवें खेतीबाड़ी करन वाले किसान ने तां दो शब्द वरतदे ने, अफल और सफल। अफल उस फसल ਨੂੰ ਕਹਿੰਦੇ ਨੇ ਜੋ ਫਸਲ ਉਗਦੀ ਤੇ ਹੈ ਪਰ ਉਹਨੂੰ ਫਲ ਕੋਈ ਨਹੀਂ ਲੱਗਦਾ। ਜਿਵੇਂ ਤਿਲਾਂ ਦਾ ਪੇੜ ਹੈ, ਉਗਿਆ ਵੀ ਹੈ, ਵਧਿਆ ਵੀ ਹੈ, ਫੁੱਲਿਆ ਵੀ ਹੈ, ਫਲਿਆ ਵੀ ਹੈ, ਫਲੀਆਂ ਵੀ ਲੱਗੀਆਂ ਨੇ, ਪਰ ਉਹਨਾਂ ਫਲੀਆਂ ਦੇ ਅੰਦਰ ਬੀਜ ਨਹੀਂ। ਜਿਵੇਂ ਝੋਨਾ ਹੈ ਤਾਂ ਝੋਨਾ ਜੀਰੀ ਵੱਧ ਬਹੁਤ ਗਈ ਹੈ, ਸਿੱਟੇ ਵੀ ਲੱਗੇ ਨੇ, ਪਰ ਉਹਨਾਂ ਸਿੱਟਿਆਂ ਦੇ ਅੰਦਰ ਚੌਲ ਨਹੀਂ, ਉਹਨੂੰ ਕਹਿੰਦੇ ਨੇ ਅਫਲ। ਕੋਈ ਪੇੜ ਉਗਿਆ ਤੇ ਹੈ, ਵੱਡਾ ਤੇ ਹੋਇਆ, ਲੇਕਿਨ ਉਹਦੇ ਨਾਲ ਫਲ ਨਹੀਂ ਲੱਗ ਰਿਹਾ, ਉਹਨੂੰ ਕਹਿੰਦੇ ਨੇ ਅਫਲ। ਤੇ ਸਫਲ ਦਾ ਮਤਲਬ ਹੈ ਜਿਸ ਦੇ ਨਾਲ ਫਲ ਲੱਗਣ। ਤਾਂ ਹੁਣ ਇਹ ਮਨੁੱਖਾ ਜ਼ਿੰਦਗੀ ਵੀ ਸਫਲ ਤਾਂ ਹੀ ਹੈ ਨਾ ਜੇ ਇਹਦੇ ਅੰਦਰੋਂ ਸੁੱਖ ਉਪਜੇ, ਇਹਦੇ ਰਾਹੀਂ ਸਾਨੂੰ ਮਾਣ ਮਿਲੇ, ਸਤਿਕਾਰ ਮਿਲੇ, ਔਰ ਇਸ ਮਨੁੱਖਾ ਜ਼ਿੰਦਗੀ ਦੇ ਜੀਂਦਿਆਂ ਸੰਸਾਰ ਵਾਸਤੇ ਬੰਦਾ ਕੁਛ ਨਾ ਕੁਛ ਕਰ ਜਾਏ, ਚੰਗਾ ਭਲਾ। ਤਾਂ ਜੇ ਸਾਡੇ ਜੀਵਨ ਵਿੱਚੋਂ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਪੈਦਾ ਹੋਈ, ਫਿਰ ਤਾਂ ਜੀਵਨ ਹੋ ਗਿਆ ਫਲ ਦੇਣ ਵਾਲਾ। ਤੇ ਜੇ ਜ਼ਿੰਦਗੀ ਦੇ ਅੰਦਰ ਦੁੱਖ ਹੈ, ਅਸ਼ਾਂਤੀ ਹੈ, ਮਾੜੇ ਕਰਮ ਨੇ, ਲੋਕਾਂ ਨੂੰ ਵੀ ਪਰੇਸ਼ਾਨ ਕਰ ਰਹੇ ਆ, ਫਿਰ ਫਲ ਦੇਣ ਵਾਲਾ ਮਹਾਨ ਤਾਂ ਨਾ ਹੋਇਆ। ਤਾਂ ਗੁਰੂ ਜੀ ਕਹਿੰਦੇ ਨੇ, ਪਿਆਰਿਓ, ਆਪਣੇ ਮਨ ਦੇ ਅੰਦਰ ਰੱਬੀ ਗੁਣਾਂ ਦੀ, ਗੁਰੂ ਦੀ ਪਾਵਨ ਬਾਣੀ ਦੀ ਔਰ ਰੱਬੀ ਹੁਕਮ ਦਾ ਪਿਆਰ ਪੈਦਾ ਕਰੋ, ਫਿਰ ਇਹ ਜਨਮ ਪਦਾਰਥ ਜਿਹੜਾ ਨਾ ਕੀਮਤੀ ਜੀਵਨ ਸਫਲ ਹੋ ਜਾਏਗਾ, ਮੁਬਾਰਕ ਹੋ ਜਾਏਗਾ, ਮਹਾਨ ਹੋ ਜਾਏਗਾ। ਫਿਰ ਇਸ ਜੀਵਨ ਦੇ ਅੰਦਰੋਂ ਸੁਖ, ਸ਼ਾਂਤੀ, ਆਨੰਦ, ਖੇੜਾ ਪੈਦਾ ਹੋਏਗਾ। ਸੂਖ ਸਹਿਜ ਆਨੰਦ ਕਣਾ, ਪ੍ਰਭ ਜਪਤਿਆਂ ਦੁੱਖ ਜਾਏ। ਜਪਨ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣਾ। ਪ੍ਰਭ ਜਪਤਿਆਂ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ, ਰੱਬੀ ਗੁਣਾਂ ਦੇ ਧਾਰਨੀ ਹੋਇਆਂ ਕੀ ਮਿਲੇਗਾ? ਸੂਖ, ਸਹਿਜ, ਆਨੰਦ ਕਣਾ। ਕਣਾ ਦਾ ਮਤਲਬ ਬਹੁਤ ਜ਼ਿਆਦਾ, ਸਹਿਜ ਦਾ ਮਤਲਬ ਆਤਮਕ ਅਡੋਲਤਾ, ਆਨੰਦ ਦਾ ਮਤਲਬ ਖੁਸ਼ੀ, ਤੇ ਸੂਖ ਦਾ ਮਤਲਬ ਸੁਖ। ਪ੍ਰਭੂ ਦੀ ਸਿਫਤ ਸਲਾਹ ਕੀਤਿਆਂ, ਰੱਬੀ ਗੁਣਾਂ ਦੇ ਧਾਰਨੀ ਹੋਇਆਂ ਆਤਮਕ ਅਡੋਲਤਾ ਮਿਲੇਗੀ। ਬੰਦਾ ਮਨ, ਵਚਨ, ਕਰਮ ਕਰਕੇ ਇੱਕ ਹੋ ਜਾਂਦਾ ਹੈ, ਅੰਦਰ ਦੀ ਸ਼ਾਂਤੀ ਮਿਲਦੀ ਹੈ। ਰੱਬੀ ਗੁਣਾਂ ਦੇ ਧਾਰਨੀ ਹੋਇਆਂ ਸੁਖ ਮਿਲੇਗਾ ਔਰ ਮਨਾ ਮੁਈ ਆਨੰਦ ਮਿਲੇਗਾ, ਮਤਲਬ ਜੀਵਨ ਆਨੰਦਮਈ ਹੋ ਜਾਏਗਾ। ਤੇ ਆਨੰਦ ਬਾਰੇ ਅਸੀਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵਿਚਾਰਿਆ ਸੀ। ਆਨੰਦ ਮਨੁੱਖੀ ਮਨ ਦੀ ਉਸ ਅਵਸਥਾ ਦਾ ਨਾਮ ਹੈ ਜਿੱਥੇ ਜਾ ਕੇ ਇਹ ਮਨੁੱਖ ਪ੍ਰਭੂ ਦੇ ਅੰਦਰ ਮਿਲ ਕੇ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ, ਜਿੱਥੇ ਜਾ ਕੇ ਇਹਦੇ ਅੰਦਰੋਂ ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ, ਸੈਲਫਿਸ਼ਨੈਸ ਖਤਮ ਹੋ ਜਾਂਦੀ ਹੈ, ਇਹਦੇ ਅੰਦਰ ਗਿਆਨ ਦਾ ਦੀਵਾ ਜਗਦਾ ਹੈ, ਇਹ ਚੰਗੇ ਔਰ ਮੰਦੇ ਦੀ ਪਹਿਚਾਨ ਕਰਨ ਵਾਲਾ ਹੋ ਜਾਂਦਾ ਹੈ। ਇਸ ਨੂੰ ਚਾਰ ਚੁਫੇਰੇ ਇੱਕ ਨੂਰ, ਜ਼ਹੂਰ ਔਰ ਰੱਬੀ ਜਲਵਾ ਨਜ਼ਰੀ ਪੈਂਦਾ ਹੈ। ਉਸ ਸੋਚ ਦੇ ਸਮੇਂ ਜਿਹੜਾ ਅੰਦਰ ਸੁਖ ਬਣਦਾ ਹੈ ਨਾ, ਖੁਸ਼ੀ ਬਣਦੀ ਹੈ, ਉਹਨੂੰ ਆਨੰਦ ਕਹਿੰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਜੇ ਤੁਸੀਂ ਰੱਬੀ ਗੁਣਾਂ ਦੇ ਧਾਰਨੀ ਹੋਵੋਗੇ ਨਾ, ਮਨ, ਬਚਨ, ਕਰਮ ਕਰਕੇ, ਤਾਂ ਸੁਖ ਵੀ ਪੈਦਾ ਹੋਏਗਾ, ਆਤਮਕ ਖੇੜਾ ਪੈਦਾ ਹੋਏਗਾ, ਆਤਮਕ ਅਡੋਲਤਾ, ਆਤਮਕ ਜੀਵਨ ਮਿਲੇਗਾ। ਤੇ ਨਾਲ ਦੁੱਖ ਜਾਏ ਦਾ ਮਤਲਬ ਦੁੱਖ ਚਲੇ ਜਾਣਗੇ। ਜੋ ਜੀਵਨ ਵਿੱਚ ਕੋਈ ਦੁੱਖ, ਅਸ਼ਾਂਤੀ ਹੈ, ਉਹ ਖਤਮ ਹੋ ਜਾਏਗੀ, ਕਿਉਂਕਿ ਜਿੰਨੇ ਵੀ ਦੁੱਖ ਔਰ ਅਸ਼ਾਂਤੀ ਹੈ ਉਹ ਔਗਣਾ ਕਰਕੇ ਨੇ। ਤੇ ਜਦੋਂ ਔਗਣ ਮਿਟ ਜਾਣਗੇ, ਦੁੱਖ, ਅਸ਼ਾਂਤੀ ਵੀ ਨਾਲ ਹੀ ਚਲੀ ਜਾਏਗੀ। ਨਾਨਕ ਨਾਮ ਜਪਤ ਸੁਖ ਉਪਜੈ, ਦਰਗਾਹ ਪਾਈਐ ਥਾਉ। ਨਾਮ ਦਾ ਮਤਲਬ ਹੁਕਮ, ਜਪਤ ਦਾ ਮਤਲਬ ਜਾਣਦਿਆਂ, ਸਾਂਝ ਪਾਉਂਦਿਆਂ, ਕਿ ਰੱਬੀ ਹੁਕਮ ਵਿੱਚ ਜ਼ਿੰਦਗੀ ਗੁਜ਼ਾਰਦਿਆਂ ਸੁਖ ਪੈਦਾ ਹੁੰਦਾ ਹੈ ਜੀਵਨ ਦੇ ਅੰਦਰ। ਰੱਬੀ ਸਿਫਤ ਸਲਾਹ ਕੀਤਿਆਂ, ਗੁਣਾਂ ਦੇ ਧਾਰਨੀ ਹੋਇਆਂ ਸੁਖ ਪੈਦਾ ਹੁੰਦਾ ਹੈ। ਦੇਖੋ, ਸੁਖ ਸਾਡੀ ਜ਼ਿੰਦਗੀ ਵਿੱਚ ਤਾਂ ਹੀ ਹੈ ਜੇ ਅਸੀਂ ਕਿਸੇ ਸਿਸਟਮ ਨੂੰ ਫੋਲੋ ਕਰਦੇ ਹਾਂ, ਫਿਰ ਸਾਡੇ ਜੀਵਨ ਦੇ ਅੰਦਰ ਸੁਖ ਹੈ। ਜਦੋਂ ਸਿਸਟਮ ਨੂੰ ਤੋੜਦੇ ਹਾਂ, ਸਿਸਟਮ ਤੋਂ ਉਲਟ ਕੁਛ ਕਰਨ ਦਾ ਯਤਨ ਕਰਦੇ ਹਾਂ, ਉਦੋਂ ਜੀਵਨ ਦੇ ਅੰਦਰ ਦੁੱਖ ਪੈਦਾ ਹੁੰਦਾ ਹੈ।
ਤੇ ਜੀਵਨ ਦੇ ਅੰਦਰ ਸੁਖ ਪੈਦਾ ਹੁੰਦਾ ਹੈ ਰੱਬੀ ਰਜ਼ਾ ਦੇ ਅੰਦਰ ਤੁਰਿਆ, ਰੱਬੀ ਸਿਫਤ ਸਲਾਹ ਕੀਤਿਆਂ। ਤਾਂ ਗੁਰੂ ਜੀ ਕਹਿੰਦੇ ਨੇ ਨਾਮ ਜਪਤ ਰੱਬੀ ਨਾਮ ਦੇ ਨਾਲ ਹੁਕਮ ਦੇ ਨਾਲ ਸਾਂਝ ਪਾਇਆ, ਗੁਣਾਂ ਦੇ ਧਾਰਨੀ ਹੋਇਆ ਸੁਖ ਉਪਜੈ, ਜ਼ਿੰਦਗੀ ਦੇ ਅੰਦਰ ਸੁਖ ਪੈਦਾ ਹੁੰਦਾ। ਦਰਗਾਹ ਪਾਈਏ ਥਾਂ ਤੇ ਰੱਬੀ ਦਰਗਾਹ ਦੇ ਅੰਦਰ ਥਾਂ ਮਿਲ ਜਾਂਦਾ ਹੈ। ਦਰਗਾਹ ਦਾ ਮਤਲਬ ਰੱਬੀ ਘਰ ਵਿੱਚ ਰੱਬੀ ਚਰਨਾਂ ਦੇ ਅੰਦਰ ਟਿਕਾਣਾ ਮਿਲ ਜਾਂਦਾ ਹੈ। ਤੇ ਉਹ ਰੱਬੀ ਦਰਗਾਹ, ਉਹ ਰੱਬੀ ਟਿਕਾਣਾ, ਰੱਬ ਦਾ ਘਰ ਹਰ ਇਨਸਾਨ ਦੇ ਅੰਦਰ ਹੈ। ਹਰ ਮੰਦਰ ਇਹ ਸਰੀਰ ਹੈ। ਫਿਰ ਅੰਤਰ ਆਤਮੇ ਹੀ ਰੱਬ ਨਜ਼ਰੀ ਪੈ ਜਾਂਦਾ, ਜੋ ਗੁਣ ਨੇ। ਜਦੋਂ ਸਾਡੀ ਸੁਰਤ ਸਿਰਫ ਗੁਣਾਂ ਦੇ ਵਿੱਚ ਜੁੜ ਜਾਂਦੀ ਹੈ ਤਾਂ ਉਦੋਂ ਅਸੀਂ ਰੱਬ ਦੇ ਵਿੱਚ ਅਭੇਦ ਹੋ ਜਾਂਦੇ ਹਾਂ। ਜਿਹਨੂੰ ਬਾਹਰ ਲੱਭਦੇ ਸਾਂ ਉਹ ਅੰਦਰ ਹੀ ਲੱਭ ਜਾਂਦਾ ਹੈ ਔਰ ਅਸੀਂ ਆਪ ਉਸੇ ਦਾ ਸਰੂਪ ਹੋ ਜਾਂਦੇ ਹਾਂ। ਮਹਿਲਾ ਪੰਜਵਾਂ। ਨਾਨਕ ਨਾਮ ਧਿਆਈਐ ਗੁਰ ਪੂਰਾ ਮਤ ਦੇ। ਪੂਰਾ ਗੁਰੂ ਇਹ ਹੀ ਮਤ ਦਿੰਦਾ ਹੈ, ਪੂਰਾ ਗੁਰੂ ਇਹ ਗਿਆਨ ਦਿੰਦਾ ਹੈ। ਨਾਮ ਧਿਆਈਐ, ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਨਾਮ ਦਾ ਮਤਲਬ ਰੱਬੀ ਰਜ਼ਾ ਪਾਣਾ, ਕਿ ਰੱਬੀ ਰਜ਼ਾ ਨੂੰ, ਭਾਣੇ ਨੂੰ, ਹੁਕਮ ਨੂੰ ਆਪਣੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਰੱਬੀ ਗੁਣਾਂ ਨੂੰ ਆਪਣੇ ਧਿਆਨ ਦੇ ਅੰਦਰ ਰੱਖਣਾ ਚਾਹੀਦਾ ਹੈ। ਪੂਰਾ ਗੁਰੂ ਸਾਨੂੰ ਇਹ ਮੱਤ ਦੇ ਰਿਹਾ ਹੈ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਪੂਰਾ ਗੁਰੂ ਸਾਨੂੰ ਇਹੀ ਮੱਤ ਦਿੰਦਾ ਹੈ, ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਕਿ ਪਿਆਰਿਓ, ਗੁਣਾਂ ਦੇ ਧਾਰਨੀ ਹੋਵੋ, ਔਗੁਣਾਂ ਦਾ ਤਿਆਗ ਕਰੋ। ਜੇ ਤੁਸੀਂ ਔਗੁਣਾਂ ਦਾ ਤਿਆਗ ਨਹੀਂ ਕਰੋਗੇ, ਗੁਣਾਂ ਦੇ ਧਾਰਨੀ ਨਹੀਂ ਹੋਵੋਗੇ, ਤਾਂ ਫਿਰ ਤੁਹਾਨੂੰ ਪਛਤਾਣਾ ਪਏਗਾ। ਇਸ ਲਈ ਅਵਗੁਣਾਂ ਨੂੰ ਛੱਡ ਦਿਓ, ਗੁਣਾਂ ਦੇ ਧਾਰਨੀ ਹੋਵੋ, ਰੱਬੀ ਸਿਫਤ ਸਲਾਹ ਕਰੋ। ਪੂਰਾ ਗੁਰੂ ਇਹ ਹੀ ਮੱਤ ਦਿੰਦਾ ਹੈ। ਪੂਰਾ ਗੁਰੂ ਸਾਨੂੰ ਕਰਮ ਕਾਂਡਾਂ ਦੀ ਜਾਂ ਹੋਰ ਦੀ ਮੱਤ ਪ੍ਰੇਰਨਾ ਨਹੀਂ ਦਿੰਦਾ। ਭਾਣੈ ਜਪ ਤਪ ਸੰਜਮੋ, ਭਾਣੇ ਹੀ ਕੱਢ ਲੇ। ਹੁਣ ਦੇਖੋ, ਪਹਿਲਾਂ ਨਾਮ ਦੀ ਗੱਲ ਕਰਕੇ ਨਾ, ਨਾਮ ਦਾ ਮਤਲਬ ਹੁਕਮ, ਜਿਸ ਨੂੰ ਪਹਿਲੀ ਪੰਕਤੀ ਵਿੱਚ ਨਾਮ ਕਿਹਾ ਹੈ ਨਾ, ਉਸੇ ਨਾਮ ਨੂੰ ਹੁਣ ਦੂਜੀ ਪੰਕਤੀ ਵਿੱਚ ਭਾਣਾ ਕਹਿ ਰਹੇ ਨੇ। ਕਿ ਇਹ ਸਾਰੀ ਜੋ ਕਾਇਨਾਤ ਹੈ ਹੁਕਮ ਦੇ ਅੰਦਰ ਚੱਲ ਰਹੀ ਹੈ। ਸੁਖਮਨੀ ਸਾਹਿਬ ਵਿੱਚ ਅਸੀਂ ਵਿਚਾਰਿਆ ਸੀ ਨਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਕਿ ਰੱਬੀ ਹੁਕਮ ਦੇ ਅੰਦਰ, ਰੱਬੀ ਹੁਕਮ ਦੇ ਆਸਰੇ ਇਹ ਖੰਡ ਮੰਡਲ ਬ੍ਰਹਿਮੰਡ ਜੀਵ ਜੰਤ ਸਾਰੇ ਚੱਲ ਰਹੇ ਨੇ। ਸਿਸਟਮ ਦੇ ਅੰਦਰ ਪੈਦਾਇਸ਼ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਸਾਰਾ ਕੁਝ ਹੁਕਮ ਦੇ ਵਿੱਚ ਹੋ ਰਿਹਾ ਹੈ। ਹੁਕਮ ਨੂੰ ਨਾਮ ਆਖਿਆ ਤੇ ਹੁਣ ਇੱਥੇ ਹੁਕਮ ਨੂੰ ਭਾਣਾ ਕਹਿ ਰਹੇ ਨੇ। ਤੇ ਇਹ ਗੱਲ ਥੋੜੀ ਜਿਹੀ ਅੰਡਰਸਟੈਂਡ ਕਰਨ ਵਾਲੀ ਹੈ। ਭਾਣੇ ਜਪ ਤਪ ਸੰਜਮੂ, ਭਾਣੇ ਹੀ ਕੱਢ ਲੇ। ਕਿ ਜਿੰਨੇ ਵੀ ਜਪ ਨੇ, ਤਪ ਨੇ ਔਰ ਸੰਜਮ ਨੇ, ਕਈ ਲੋਕ ਜਪ ਰਹੇ ਨੇ ਨਾ, ਧੂਣੀਆਂ ਤਾ ਕੇ ਬੈਠੇ ਨੇ, ਜਲ ਧਾਰਾਵਾਂ ਕਰ ਰਹੇ ਨੇ। ਕਈ ਲੋਕ ਤਪ ਰਹੇ ਨੇ, ਤਪ ਕਰ ਰਹੇ ਨੇ, ਤਪੱਸਿਆ ਉਹਨੂੰ ਕਹਿੰਦੇ ਨੇ, ਧੂਣੀਆਂ ਤਾ ਕੇ ਬਹਿਣਾ ਜਾਂ ਜਲ ਧਾਰਾਵਾਂ ਕਰਨੀਆਂ। ਤੇ ਜਪ ਕਹਿੰਦੇ ਨੇ ਕਿਸੇ ਇੱਕ ਸ਼ਬਦ ਮੰਤਰ ਨੂੰ ਬਾਰ-ਬਾਰ ਰਟੀ ਜਾਣਾ, ਕੋਈ ਮੰਤਰ ਜਪੀ ਜਾਣੇ, ਜਪ ਜਪਣਾ। ਤੇ ਸੰਜਮੋਂ ਦਾ ਮਤਲਬ ਹੈ ਇੰਦਰੀਆਂ ਨੂੰ ਵਸ ਵਿੱਚ ਲਿਆਉਣ ਦੇ ਯਤਨ ਕਰਨੇ, ਯੋਗਾ ਵਗੈਰਾ ਜਾਂ ਹੋਰ ਸਾਧਨ ਕਰਨੇ। ਗੁਰੂ ਜੀ ਕਹਿੰਦੇ ਨੇ ਜਪ ਤਪ ਸੰਜਮ ਕਰਨ ਵਾਲੇ ਵੀ ਸਾਰੇ ਭਾਣੇ ਵਿੱਚ ਨੇ, ਰੱਬ ਦੀ ਰਜ਼ਾ ਤੋਂ ਬਾਹਰ ਨਹੀਂ ਜਾ ਸਕਦੇ। ਬੇਸ਼ੱਕ ਇਹ ਭਾਣੇ ਵਿੱਚ ਹੀ ਨੇ। ਭਾਣੇ ਹੀ ਕੱਢ ਲੇ। ਤੇ ਰੱਬ ਆਪਣੀ ਰਜ਼ਾ ਭਾਣੇ ਦੇ ਵਿੱਚ ਹੀ ਕਿਸੇ ਨੂੰ ਇਹਨਾਂ ਜਪ ਤਪ ਸੰਜਮਾਂ ਚੋਂ ਬਾਹਰ ਕੱਢ ਲੈਂਦਾ ਹੈ। ਭਾਣੇ ਜਪ ਤਪ ਸੰਜਮੂ, ਭਾਣੇ ਹੀ ਕੱਢ ਲੇ। ਭਾਣੇ ਦੇ ਵਿੱਚ ਹੀ ਨੇ ਸਾਰੇ ਤੇ ਰਜ਼ਾ ਦੇ ਵਿੱਚ ਨੇ, ਤੇ ਰਜ਼ਾ ਦੇ ਵਿੱਚ ਹੀ ਰੱਬ ਵਾਹਿਗੁਰੂ ਕਿਸੇ ਨੂੰ ਇਹਨਾਂ ਜਪ ਤਪ ਸੰਜਮਾਂ ਚੋਂ ਕੱਢ ਲੈਂਦਾ, ਵਿਕਾਰਾਂ ਚੋਂ ਬਚਾ ਲੈਂਦਾ। ਭਾਣੇ ਜੋਨ ਭਵਾਈਐ, ਭਾਣੇ ਬਖਸ਼ ਕਰੇ। ਭਾਣੇ ਦਾ ਮਤਲਬ ਹੁਕਮ ਵਿੱਚ, ਜੋਨ ਦਾ ਮਤਲਬ ਪਸ਼ੂ ਬਿਰਤੀਆਂ, ਭਵਾਈਏ ਦਾ ਮਤਲਬ ਭਟਕਾਉਂਦਾ ਹੈ। ਭਾਣੇ ਦੇ ਅੰਦਰ, ਰਜ਼ਾ ਦੇ ਅੰਦਰ ਹੀ ਪਸ਼ੂ ਬਿਰਤੀਆਂ ਦੇ ਅੰਦਰ ਭਵਾਇਆ ਜਾ ਰਿਹਾ ਹੈ ਬੰਦੇ ਨੂੰ। ਭਾਣਾ ਹੀ ਹੈ, ਸਿਸਟਮ ਹੀ ਹੈ। ਕਿਉਂਕਿ ਜਿਹੜਾ ਮਾੜੇ ਔਗਣਾਂ ਨੂੰ ਫੋਲੋ ਕਰੇਗਾ ਉਹ ਉਸੇ ਪਾਸੇ ਜਾਏਗਾ। ਇਸ ਸਿਸਟਮ ਨੂੰ ਕੋਈ ਚੇਂਜ ਨਹੀਂ ਕਰ ਸਕਦਾ। ਜੇ ਮੈਂ ਝੂਠ ਬੋਲਾਂਗਾ, ਈਰਖਾ ਦਵੇਸ਼ ਵਾਲੇ ਵਿਚਾਰ ਪੈਦਾ ਕਰਾਂਗਾ, ਤਾਂ ਮੇਰੇ ਅੰਦਰ ਇਹ ਸੰਸਕਾਰ ਪੈਦਾ ਹੁੰਦੇ ਜਾਣਗੇ, ਮੇਰੇ ਅੰਦਰ ਐਸੇ ਨਿਊਰੋਨਲ ਪੈਟਰਨ ਬਣਦੇ ਜਾਣਗੇ ਔਰ ਮੇਰੀ ਜੋ ਸੁਰਤ ਹੈ ਇਹਨਾਂ ਵਿਕਾਰਾਂ ਦੇ ਵਿੱਚ ਹੀ ਭੌਂਦੀ ਰਹੇਗੀ, ਪਸ਼ੂ ਬਿਰਤੀਆਂ ਵਿੱਚ ਹੀ। ਇਹ ਸਿਸਟਮ ਹੈ।
ਭਾਣੇ ਬਖਸ਼ ਕਰੇ, ਔਰ ਰਜਾ ਦੇ ਵਿੱਚ ਹੀ ਬਖਸ਼ਿਸ਼ ਹੋ ਜਾਂਦੀ ਹੈ। ਹੁਣ ਬਖਸ਼ਿਸ਼ ਦੇਖੋ, ਆਪਾਂ ਵਿਚਾਰ ਚੁੱਕੇ ਹਾਂ ਕਿ ਰੱਬ ਦੀ ਬਖਸ਼ਿਸ਼ ਚਾਰ ਚੁਫੇਰੇ ਬਰਸ ਰਹੀ ਹੈ। ਹੁਣ ਇਹ ਰਜ਼ਾ ਹੀ ਹੈ, ਭਾਣਾ ਹੀ ਹੈ ਕਿ ਮੈਂ ਉਸ ਰਜ਼ਾ ਨੂੰ, ਭਾਣੇ ਨੂੰ, ਜੋ ਬਖਸ਼ਿਸ਼ ਨੂੰ ਮੈਂ ਸੰਭਾਲਾਂ। ਜੋ ਸੱਤ, ਸੰਤੋਖ, ਦਇਆ, ਧਰਮ ਆਦਿਕ ਮੇਰੇ ਅੰਦਰ ਨੇ, ਮੈਂ ਉਹਨਾਂ ਨੂੰ ਯੂਜ਼ ਕਰਾਂ, ਉਹਨਾਂ ਨੂੰ ਅਪਣਾਵਾਂ ਤੇ ਮੈਂ ਵੈਸਾ ਹੋ ਜਾਵਾਂਗਾ। ਇਹ ਸਿਸਟਮ ਹੈ ਕਿ ਚਾਹੇ ਤੁਸੀਂ ਨੈਗੇਟਿਵ ਹੋ ਜਾਓ ਜਾਂ ਪੋਜ਼ਿਟਿਵ ਹੋ ਜਾਓ, ਤੁਹਾਡੇ ਤੇ ਡਿਪੈਂਡ ਕਰਦਾ ਹੈ। ਇਸੇ ਨੂੰ ਕਹਿੰਦੇ ਨੇ ਭਾਣੇ ਜੋਨ ਭਵਾਈ ਹੈ, ਕਿ ਭਾਣੇ ਦੇ ਅੰਦਰ ਹੀ ਨੇ ਜੋ ਪਸ਼ੂ ਬਿਰਤੀਆਂ ਵਿੱਚ ਭਟਕਾਏ ਜਾ ਰਹੇ ਨੇ, ਔਰ ਰਜ਼ਾ ਦੇ ਵਿੱਚ ਹੀ ਨੇ ਜਿਹੜੇ ਬਖਸ਼ ਲੈ ਜਾਂਦੇ ਨੇ, ਇਹਨਾਂ ਚੋਂ ਬਾਹਰ ਹੋ ਜਾਂਦੇ ਨੇ। ਭਾਣੇ ਦੁੱਖ ਸੁੱਖ ਭੋਗੀ ਹੈ, ਭਾਣੇ ਕਰਮ ਕਰੇ। ਭਾਣੇ ਦੇ ਅੰਦਰ ਹੀ ਸੁੱਖ ਔਰ ਦੁੱਖ ਨੇ। ਭਾਣੇ ਦਾ ਮਤਲਬ ਸਿਸਟਮ, ਭਾਣੇ ਦਾ ਮਤਲਬ ਹੁਕਮ, ਰਜ਼ਾ, ਸਿਸਟਮ, ਕੁਦਰਤ ਦੇ ਜਿਹੜੇ ਨਿਯਮ ਨੇ, ਇਹਨਾਂ ਨਿਯਮਾਂ ਦੇ ਅੰਦਰ ਹੀ ਸੁੱਖ ਔਰ ਦੁੱਖ ਭੋਗੇ ਜਾਂਦੇ ਨੇ। ਹੁਣ ਦੇਖੋ, ਇਹ ਨਿਯਮ ਹੈ। ਜੇ ਕੋਈ ਆਪਣੇ, ਜੇ ਪਰਿਵਾਰ ਨੂੰ ਅਸੀਂ ਲੈ ਕੇ ਗੱਲ ਕਰੀਏ, ਜੇ ਕੋਈ ਪਰਿਵਾਰਕ ਮੈਂਬਰ ਨੇ, ਜੇ ਉਹ ਇੱਕ ਦੂਜੇ ਨਾਲ ਧੋਖਾਧੜੀ ਕਰਦੇ ਨੇ, ਇੱਕ ਦੂਜੇ ਨਾਲ ਲੜਦੇ ਨੇ, ਗੁੱਸਾ ਕਰਦੇ ਨੇ, ਹੈਲਪ ਨਹੀਂ ਕਰਦੇ, ਤਾਂ ਦੁੱਖ ਭੋਗ ਰਹੇ ਨੇ। ਸਿਸਟਮ ਹੈ ਨਾ, ਜੇ ਕੋਈ ਇਹੋ ਜਿਹੇ ਸਿਸਟਮ ਨੂੰ ਫੋਲੋ ਕਰੇਗਾ, ਦੁਖੀ ਹੋਏਗਾ। ਤੇ ਜੇ ਪਰਿਵਾਰਾਂ ਦੇ ਅੰਦਰ ਕੋਈ ਸੁੱਖ ਸ਼ਾਂਤੀ ਹੈ, ਪਿਆਰ ਮੁਹੱਬਤ ਦੇ ਨਾਲ ਰਹਿੰਦੇ ਨੇ, ਜਾਂ ਉਹ ਇੱਕ ਦੂਜੇ ਨਾਲ ਇਮਾਨਦਾਰੀ ਨਾਲ ਵਰਤਦੇ ਨੇ, ਤਾਂ ਉਹ ਸੁਖੀ ਨੇ, ਉਹ ਸੁੱਖ ਭੋਗ ਰਹੇ ਨੇ, ਉਹ ਦੁੱਖ ਭੋਗ ਰਹੇ ਨੇ। ਹੈ ਸਿਸਟਮ ਵਿੱਚ, ਸਿਸਟਮ ਇੱਕ ਹੀ ਹੈ। ਉਸੇ ਹਵਾ ਵਿੱਚ ਸਾਰੇ ਸਵਾਸ ਲੈ ਰਹੇ ਨੇ, ਉਸੇ ਧਰਤੀ ਤੇ ਸਾਰੇ ਵਿਚਰ ਰਹੇ ਨੇ। ਇੱਕ ਹੀ ਚੰਦਰਮਾ ਹੈ, ਇੱਕ ਹੀ ਸੂਰਜ ਹੈ, ਇੱਕੋ ਥਾਂ ਤੋਂ ਸਾਰਿਆਂ ਵਾਸਤੇ ਪੈਦਾ, ਸਾਰਾ ਕੁਝ ਇੱਕੋ ਸਿਸਟਮ ਦੇ ਵਿੱਚ ਹੈ। ਤੇ ਉਹ ਸਿਸਟਮ ਦੇ ਅੰਦਰ ਹੀ ਸੁੱਖ ਔਰ ਦੁੱਖ ਭੋਗ ਰਹੇ ਨੇ। ਜਿਹੋ ਜੇ ਕਰਮ ਕਰੇਗਾ ਬੰਦਾ, ਵੈਸਾ ਹੀ ਰਿਜ਼ਲਟ ਨਿਕਲੇਗਾ। ਭਾਣੇ ਕਰਮ ਕਰੇ, ਔਰ ਭਾਣੇ ਦੇ ਅੰਦਰ, ਰਜਾ ਦੇ ਅੰਦਰ ਹੀ ਬੰਦਾ ਕੰਮ ਕਰਦਾ ਹੈ। ਕਰਮ ਦਾ ਮਤਲਬ ਕੰਮ। ਜੋ ਵੀ ਅਸੀਂ ਕਿਰਤ ਕਰ ਰਹੇ ਹਾਂ, ਕੰਮ ਕਰ ਰਹੇ ਹਾਂ, ਬੋਲ ਰਹੇ ਹਾਂ, ਸੋਚ ਰਹੇ ਹਾਂ, ਇਹ ਸਭ ਕੁਝ ਸਿਸਟਮ ਦੇ ਅੰਦਰ ਹੈ, ਹੁਕਮ ਦੇ ਅੰਦਰ ਹੈ। ਭਾਣੇ ਮਿੱਟੀ ਸਾਜ ਕੈ, ਭਾਣੇ ਜੋਤ ਧਰੇ। ਮਿੱਟੀ ਦਾ ਮਤਲਬ ਇੱਥੇ ਹੈਗਾ ਸਰੀਰ, ਸਾਜ ਕੈ ਦਾ ਮਤਲਬ ਬਣਾ ਕੇ, ਤੇ ਜੋਤ ਦਾ ਮਤਲਬ ਇੱਥੇ ਹੈਗਾ ਜਿੰਦ, ਜਾਨ। ਜੋਤ ਦਾ ਮਤਲਬ ਇੱਥੇ ਕੋਈ ਦੀਵੇ ਵਾਲੀ ਜੋਤ ਨਹੀਂ ਹੈ, ਜੋਤ ਦਾ ਮਤਲਬ ਜਾਨ, ਜਿੰਦ। ਰਜਾ ਦੇ ਅੰਦਰ ਹੀ ਸਰੀਰ ਬਣਾ ਕੇ ਉਹਦੇ ਵਿੱਚ ਜਿੰਦ ਪਾ ਦਿੰਦਾ ਹੈ। ਭਾਣੇ ਦੇ ਅੰਦਰ, ਕੁਦਰਤੀ ਨਿਯਮਾਂ ਦੇ ਅੰਦਰ, ਸਿਸਟਮ ਦੇ ਅੰਦਰ ਹੀ ਪ੍ਰਭੂ ਸਰੀਰ ਸਾਜ ਕੇ ਤੇ ਉਹਦੇ ਵਿੱਚ ਜਿੰਦ ਪਾ ਦਿੰਦਾ। ਹੁਣ ਜਦੋਂ ਅਸੀਂ ਇਸ ਚੀਜ਼ ਨੂੰ ਸਮਝਾਂਗੇ ਤਾਂ ਹਕੀਕਤ ਹੈ ਕਿ ਇਹ ਸਾਰਾ ਕੁਝ ਜੋ ਸਾਡਾ ਸਰੀਰ ਦੀ ਬਣਤਰ ਹੈ, ਮਾਂ ਦੇ ਪੇਟ ਵਿੱਚ ਇੱਕ ਸਿਸਟਮ ਦੇ ਅੰਦਰ ਬਣ ਰਹੀ ਹੈ, ਉਹਦੇ ਵਿੱਚ ਜਿੰਦ ਜਾਨ ਪੈ ਰਹੀ ਹੈ, ਉਹ ਵੱਧ ਔਰ ਫੁੱਲ ਰਿਹਾ ਹੈ। ਭਾਣੇ ਭੋਗ ਭੁਗਾਏਂਦਾ, ਭਾਣੇ ਮਨਹਿ ਕਰੇ। ਮਨਹਿ ਕਰੇ ਦਾ ਮਤਲਬ ਮਨਾ ਕਰ ਦੇਣਾ, ਰੋਕ ਦੇਣਾ। ਪਿਓ ਨੇ ਮੈਨੂੰ ਨਾ, ਮੈਂ ਗਿਆ ਸਾਂ ਕੰਮ ਵਾਸਤੇ, ਪਰ ਉਹਨੇ ਮਨਾ ਕਰ ਦਿੱਤਾ। ਮਨਾ ਕਰ ਦਿੱਤਾ ਦਾ ਮਤਲਬ ਕੰਮ ਨਹੀਂ ਕੀਤਾ, ਰੋਕ ਦਿੱਤਾ। ਰਜਾ ਵਿੱਚ ਹੀ ਜੀਵਾਂ ਨੂੰ ਭੋਗ ਭੁਗਾ ਰਿਹਾ ਹੈ, ਔਰ ਰਜਾ ਦੇ ਵਿੱਚ ਹੀ ਜੀਵਾਂ ਨੂੰ ਭੋਗਾਂ ਵੱਲੋਂ ਰੋਕ ਦਿੱਤਾ ਜਾਂਦਾ ਹੈ। ਯਾਨੀ ਜੋ ਭੋਗ ਭੋਗ ਰਹੇ ਨੇ ਵਿਸ਼ੇ ਵਿਕਾਰ, ਉਹ ਵੀ ਰਜਾ ਵਿੱਚ ਨੇ, ਔਰ ਜਿਹੜੇ ਭੋਗ ਨਹੀਂ ਭੋਗ ਰਹੇ, ਇਹਨਾਂ ਵਿਕਾਰਾਂ ਤੋਂ ਰਹਿਤ ਨੇ, ਉਹ ਵੀ ਰਜਾ ਵਿੱਚ ਨੇ, ਭਾਣੇ ਵਿੱਚ ਹੀ ਨੇ ਨਾ। ਫਿਰ ਦੁਬਾਰਾ ਇਸ ਚੀਜ਼ ਨੂੰ ਸਮਝ ਲਓ ਕਿ ਇੱਕ ਹੀ ਸਿਸਟਮ ਹੈ ਪੂਰੀ ਦੁਨੀਆ ਦਾ। ਇੱਕੋ ਟਾਈਮ ਸੂਰਜ ਚੜ ਰਿਹਾ ਹੈ ਸਾਰਿਆਂ ਲਈ, ਚੰਦਰਮਾ ਹੈ, ਹਵਾ ਹੈ, ਪੌਣ ਹੈ, ਪਾਣੀ ਹੈ, ਸਾਰਾ ਸੰਸਾਰ ਹੈ, ਇਸਤਰੀਆਂ, ਪੁਰਸ਼, ਬੱਚੀਆਂ, ਬੱਚੇ ਨੇ, ਜਾਂ ਭੈਣ ਭਰਾ ਆਦਿਕ ਨੇ, ਸਾਰਾ ਕੁਝ ਸਿਸਟਮ ਤਾਂ ਇੱਕ ਹੀ ਹੈ। ਇਹ ਸਾਰੇ ਸਿਸਟਮ ਦੇ ਅੰਦਰ ਕੋਈ ਤੇ ਵਿਸ਼ੇ ਵਿਕਾਰਾਂ ਵਿੱਚ ਲੱਗ ਗਏ ਨੇ, ਤੇ ਕਈ ਜਿਹੜੇ ਨੇ ਉਹਨਾਂ ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਗਏ ਨੇ। ਸਾਰਾ ਕੁਝ ਰਜ਼ਾ ਦੇ ਵਿੱਚ ਹੈ। ਲੋੜ ਉਸ ਰਜ਼ਾ ਨੂੰ ਸਮਝਣ ਦੀ ਹੈ, ਸਹੀ ਢੰਗ ਦੇ ਨਾਲ ਫੋਲੋ ਕਰਨ ਦੀ ਹੈ। ਹੁਕਮ ਤੋਂ ਬਾਹਰ ਕੋਈ ਨਹੀਂ। ਭਾਣੇ ਨਰਕ ਸੁਰਗ ਅਵਤਾਰੇ, ਭਾਣੇ ਧਰਨ ਪਰੇ। ਅਵਤਾਰੇ ਦਾ ਮਤਲਬ ਉਤਰਦਾ ਹੈ, ਪਾਉਂਦਾ ਹੈ। ਅਵਤਰੇ ਦਾ ਮਤਲਬ ਹੁੰਦਾ ਹੈ ਉਤਰਨਾ, ਪੈਣਾ, ਤੇ ਅਵਤਾਰੇ ਦਾ ਮਤਲਬ ਪਾਉਂਦਾ ਹੈ। ਨਰਕ ਦਾ ਮਤਲਬ ਦੁੱਖ, ਤੇ ਸੁਰਗ ਦਾ ਮਤਲਬ ਸੁੱਖ। ਭਾਣੇ ਧਰਨ ਪਰੇ, ਧਰਨ ਪਰੇ ਦਾ ਮਤਲਬ ਧਰਤੀ ਤੇ ਡਿੱਗ ਪੈਂਦਾ ਹੈ। ਧਰਤੀ ਤੇ ਡਿੱਗ ਪੈਂਦਾ ਮਤਲਬ ਗਰਤ ਵਿੱਚ ਚਲਾ ਜਾਂਦਾ ਹੈ, ਸੋਚ ਨੀਵੀਂ ਹੋ ਜਾਂਦੀ ਹੈ। ਰਜਾ ਅਨੁਸਾਰ ਹੀ ਕਿਸੇ ਨੂੰ ਨਰਕ ਵਿੱਚ ਔਰ ਕਿਸੇ ਨੂੰ ਸਵਰਗ ਵਿੱਚ ਪਾਉਂਦਾ ਹੈ। ਨਰਕ ਸਵਰਗ ਦਾ ਮਤਲਬ ਦੁੱਖ ਔਰ ਸੁੱਖ।
ਜੋ ਜ਼ਿੰਦਗੀ ਦੇ ਅੰਦਰ ਦੁੱਖ ਨੇ, ਜੋ ਵਿਸ਼ੇ ਵਿਕਾਰਾਂ ਰਾਹੀਂ ਪੈਦਾ ਹੁੰਦੇ ਨੇ, ਉਹ ਨਰਕ ਹੈ। ਜ਼ਿੰਦਗੀ ਅੰਦਰ ਜੋ ਸੁੱਖ ਨੇ, ਜੋ ਸ਼ੁਭ ਗੁਣਾ ਰਾਹੀਂ ਪੈਦਾ ਹੁੰਦੇ ਨੇ, ਉਹ ਸਵਰਗ ਹੈ। ਤੇ ਇਹ ਨਰਕ ਔਰ ਸਵਰਗ, ਸੁੱਖ ਔਰ ਦੁੱਖ ਰਜਾ ਦੇ ਵਿੱਚ ਹੈ। ਜੈਸੇ ਕੋਈ ਸਿਸਟਮ ਨੂੰ ਫੋਲੋ ਕਰਦਾ ਹੈ, ਵੈਸਾ ਹੀ ਜੀਵਨ ਬਣ ਜਾਂਦਾ ਹੈ। ਭਾਣੇ ਧਰਨ ਪਰੇ, ਤੇ ਰਜਾ ਦੇ ਅੰਦਰ ਹੀ ਧਰਨ ਪਰੇ ਦਾ ਮਤਲਬ ਡਿੱਗ ਪੈਂਦਾ ਧਰਤੀ ਤੇ, ਮਤਲਬ ਨਾਸ਼ ਹੋ ਜਾਂਦਾ ਹੈ ਉਸਦਾ, ਆਤਮਕ ਮੌਤ ਤੇ ਬੰਦਾ ਮਰ ਜਾਂਦਾ ਹੈ। ਰਜਾ ਦੇ ਵਿੱਚ ਸਰੀਰਕ ਮੌਤ ਵੀ ਹੋ ਜਾਂਦੀ ਹੈ ਔਰ ਰਜਾ ਦੇ ਅੰਦਰ ਆਤਮਕ ਮੌਤ ਵੀ ਹੋ ਜਾਂਦੀ ਹੈ। ਇਹ ਸਾਰਾ ਕੁਝ ਰਜਾ ਦੇ ਵਿੱਚ ਹੈ। ਭਾਣੇ ਹੀ ਜਿਸ ਭਗਤੀ ਲਾਏ, ਨਾਨਕ ਵਿਰਲੇ ਹੈ। ਭਾਣੇ ਦਾ ਮਤਲਬ ਰਜਾ ਦੇ ਅੰਦਰ ਹੀ ਜਿਸ ਨੂੰ ਆਪਣੇ ਗੁਣ ਗਾਨ ਕਰਨ ਵਿੱਚ ਲਗਾ ਦਿੰਦਾ ਹੈ। ਭਗਤੀ ਦਾ ਮਤਲਬ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤੀ ਦਾ ਮਤਲਬ ਰਜਾ ਦੇ ਵਿੱਚ ਤੁਰਨਾ। ਭਗਤੀ ਦਾ ਮਤਲਬ ਰੱਬੀ ਗੁਣਾਂ ਦੇ ਧਾਰਨੀ ਹੋਣਾ। ਤਾਂ ਗੁਰੂ ਜੀ ਕਹਿੰਦੇ ਨੇ ਰਜਾ ਦੇ ਵਿੱਚ ਹੀ ਕਿਸੇ ਨੂੰ ਭਗਤੀ ਵਿੱਚ ਗੁਣਾਂ ਦੇ ਧਾਰਨੀ ਹੋਣ ਵਿੱਚ ਲਾ ਦਿੰਦਾ ਹੈ। ਨਾਨਕ ਵਿਰਲੇ ਹੈ, ਪਰ ਗੁਰੂ ਜੀ ਕਹਿੰਦੇ ਨੇ ਉਹ ਵਿਰਲੇ ਵਿਰਲੇ ਨੇ। ਵਿਰਲੇ ਵਿਰਲੇ ਐਸੇ ਨੇ ਜਿਨ੍ਹਾਂ ਨੂੰ ਭਗਤੀ ਵਿੱਚ ਲਾਉਂਦਾ ਹੈ। ਭਗਤੀ ਦਾ ਮਤਲਬ ਮਾਲਾ ਫੇਰਨੀ ਨਹੀਂ, ਭਗਤੀ ਦਾ ਮਤਲਬ ਜਿਨ੍ਹਾਂ ਨੂੰ ਗੁਣਾਂ ਦੇ ਧਾਰਨੀ ਹੋਣ ਵਿੱਚ ਲਗਾ ਦਿੰਦਾ ਹੈ, ਵਿਰਲੇ ਵਿਰਲੇ ਨੇ। ਤਾਂ ਸਾਰੇ ਸ਼ਬਦ ਦਾ ਭਾਵ ਇਹ ਹੋਇਆ ਕਿ ਪੂਰੀ ਦੀ ਪੂਰੀ ਕਾਇਨਾਤ ਰੱਬੀ ਰਜਾ ਦੇ ਅੰਦਰ ਕੰਮ ਕਰ ਰਹੀ ਹੈ, ਕੁਦਰਤੀ ਨੇਮਾਂ ਦੇ ਅੰਦਰ ਕੰਮ ਕਰ ਰਹੀ ਹੈ। ਨੇਮਾਂ ਤੋਂ ਬਾਹਰ ਕੁਝ ਨਹੀਂ ਹੈ। ਤੇ ਇਸ ਦੁਨੀਆ ਦੇ ਵਿੱਚ ਮਹਾਨ ਉਹ ਲੋਕ ਨੇ ਜੋ ਇਸ ਰਜਾ ਭਾਣੇ ਵਿੱਚ ਰਹਿੰਦਿਆਂ ਹੋਇਆਂ ਰੱਬੀ ਗੁਣਾਂ ਦੇ ਧਾਰਨੀ ਹੁੰਦੇ ਨੇ, ਜੋ ਇਸ ਸਿਸਟਮ ਨੂੰ ਸਹੀ ਫੋਲੋ ਕਰਦੇ ਨੇ, ਜੋ ਸਿਸਟਮ ਨੂੰ ਤੋੜਦੇ ਮਰੋੜਦੇ ਨਹੀਂ ਹਨ, ਜੋ ਰੱਬੀ ਗੁਣਾਂ ਦੇ ਨਾਲ ਜੁੜ ਜਾਂਦੇ ਨੇ, ਉਹ ਵਿਰਲੇ ਵਿਰਲੇ ਹੁੰਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਸੁੱਖ ਸ਼ਾਂਤੀ ਵੀ ਪੈਦਾ ਹੁੰਦੀ ਹੈ ਔਰ ਉਹ ਲੋਕ ਦੁਨੀਆ ਨੂੰ ਵੀ ਸੁੱਖ ਸ਼ਾਂਤੀ ਦਿੰਦੇ ਨੇ। ਤਾਂ ਜ਼ਰੂਰਤ ਹੈ ਇਸ ਰਜ਼ਾ ਨੂੰ ਔਰ ਭਾਣੇ ਨੂੰ ਸਮਝਣ ਦੀ। ਅਸੀਂ ਸਿਰਫ ਰਜ਼ਾ ਭਾਣੇ ਨੂੰ ਦੁੱਖਾਂ ਦੇ ਨਾਲ ਜੋੜ ਕੇ ਵੇਖਦੇ ਹਾਂ ਕਿ ਜੇ ਲੱਤ ਟੁੱਟ ਗਈ ਕਿਸੇ ਦੀ ਤਾਂ ਅਸੀਂ ਕਹਿ ਦਿੰਦੇ ਹਾਂ ਰੱਬ ਦਾ ਭਾਣਾ, ਐਕਸੀਡੈਂਟ ਹੋ ਗਿਆ ਤੇ ਰੱਬ ਦਾ ਭਾਣਾ, ਜੇ ਕਿਸੇ ਦੀ ਮੌਤ ਹੋ ਗਈ ਤਾਂ ਰੱਬ ਦਾ ਭਾਣਾ। ਪਰ ਜੇ ਸਾਡੇ ਘਰ ਵਿਆਹ ਸ਼ਾਦੀ ਹੋਵੇ ਜਾਂ ਬੱਚੇ ਦਾ ਜਨਮ ਹੋਵੇ ਤਾਂ ਅਸੀਂ ਰੱਬ ਦਾ ਭਾਣਾ ਨਹੀਂ ਕਹਿੰਦੇ। ਸਾਰਾ ਕੁਝ ਰਜ਼ਾ ਦੇ ਵਿੱਚ ਹੈ। ਇਸ ਲਈ ਜੇ ਸਾਡੀ ਜ਼ਿੰਦਗੀ ਵਿੱਚ ਸੁੱਖ ਆਇਆ ਹੈ ਨਾ, ਤਾਂ ਉਹ ਨੇਮਾਂ ਦੇ ਅੰਦਰ ਆਇਆ ਹੈ। ਜੇ ਦੁੱਖ ਆਇਆ ਹੈ ਤੇ ਉਹ ਵੀ ਨੇਮਾਂ ਦੇ ਅੰਦਰ ਆਇਆ ਹੈ। ਤਾਂ ਸਾਨੂੰ ਫਿਰ ਹੋਰ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ, ਸਾਨੂੰ ਵੇਖਣ ਦੀ ਲੋੜ ਹੈ ਕਿ ਉਹ ਕਿਸ ਕਾਰਨ ਕਰਕੇ ਦੁੱਖ ਆਇਆ, ਉਹ ਕਾਰਨ ਦੂਰ ਕਰਨ ਦੀ ਜ਼ਰੂਰਤ ਹੁੰਦੀ ਹੈ। ਪੌੜੀ ਵਡਿਆਈ ਸੱਚੇ ਨਾਮ ਕੀ ਹੋਂ ਜੀਵਾਂ ਸੁਣ ਸੁਣੇ। ਸੁਣ ਸੁਣੇ ਦਾ ਮਤਲਬ ਸੁਣ ਸੁਣ ਕੇ, ਸੁਣੇ ਸੁਣੇ, ਸੁਣ ਸੁਣ ਕੇ। ਜੀਵਾਂ ਦਾ ਮਤਲਬ ਮੈਂ ਜਿਉਂ ਪੈਂਦਾ ਹਾਂ, ਮੈਨੂੰ ਆਤਮਿਕ ਜੀਵਨ ਮਿਲਦਾ ਹੈ। ਪ੍ਰਭੂ ਦੇ ਸੱਚੇ ਨਾਮ ਦੀਆਂ ਸਿਫਤਾਂ ਸੁਣ ਕੇ, ਗੁਣ ਸੁਣ ਕੇ, ਸਿਫਤ ਸਲਾਹ ਸੁਣ ਕੇ ਮੈਨੂੰ ਆਤਮਿਕ ਜੀਵਨ ਹਾਸਲ ਹੁੰਦਾ ਹੈ। ਆਖਾਂ ਜੀਵਾਂ ਵਿਸਰੇ ਮਰ ਜਾਉ, ਇੱਥੇ ਵੀ ਉਹੀ ਭਾਵਨਾ ਹੈ ਕਿ ਜਦੋਂ ਮੈਂ ਆਖਦਾ ਹਾਂ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹਾਂ, ਅਸਲ ਜ਼ਿੰਦਗੀ ਮੈਂ ਉਦੋਂ ਜੀ ਰਿਹਾ ਹੁੰਦਾ ਹਾਂ। ਤੇ ਜਦੋਂ ਮੈਂ ਗੁਣਾਂ ਦੇ ਨਾਲੋਂ ਟੁੱਟ ਜਾਂਦਾ, ਉਦੋਂ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ, ਮੇਰੇ ਅੰਦਰੋਂ ਜ਼ਮੀਰ ਮਰ ਜਾਂਦੀ ਹੈ, ਇਨਸਾਨੀਅਤ ਮਰ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਮੈਂ ਪ੍ਰਭੂ ਦੀ ਸਿਫਤ ਸਲਾਹ ਸੁਣਦਾ ਹਾਂ, ਪੋਜ਼ਿਟਿਵ ਸੋਚ, ਪੋਜ਼ਿਟਿਵ ਜਿਹੜੀ ਵਿਚਾਰਧਾਰਾ ਹੈ, ਗੁਣਾਂ ਵਾਲੀ ਵਿਚਾਰਧਾਰਾ ਹੈ, ਰੱਬੀ ਰਜ਼ਾ ਭਾਣੇ ਦੀ ਵਿਚਾਰਧਾਰਾ ਹੈ, ਜਦੋਂ ਮੈਂ ਉਹ ਸੁਣਦਾ ਹਾਂ ਉਦੋਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ। ਤਾਂ ਇਸ ਲਈ ਜੇ ਅਸੀਂ ਆਤਮਿਕ ਜ਼ਿੰਦਗੀ ਜੀਣਾ ਚਾਹੁੰਦੇ ਹਾਂ ਤਾਂ ਸਾਨੂੰ ਸਿਰਫ ਰੱਬੀ ਗੁਣਾਂ ਦੀ ਗੱਲ ਕਰਨੀ ਔਰ ਸੁਣਨੀ ਚਾਹੀਦੀ। ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ। ਪਸ਼ੂ ਦਾ ਮਤਲਬ ਪਸ਼ੂ ਬਿਰਤੀ, ਪ੍ਰੇਤ ਦਾ ਮਤਲਬ ਪ੍ਰੇਤ ਬਿਰਤੀ, ਅਗਿਆਨ ਦਾ ਮਤਲਬ ਗਿਆਨਹੀਣ ਇਨਸਾਨ। ਹੁਣ ਗੁਰੂ ਜੀ ਕਹਿ ਰਹੇ ਨੇ ਜੋ ਉਧਾਰੇ ਦਾ ਮਤਲਬ ਉਧਾਰ ਕਰਤਾ, ਇੱਕ ਖਣੇ ਦਾ ਮਤਲਬ ਇੱਕ ਖਿੰਨ ਦੇ ਅੰਦਰ। ਪਸ਼ੂ ਪ੍ਰੇਤ ਬਿਰਤੀ ਵਾਲੇ ਅਗਿਆਨੀਆਂ ਨੂੰ ਰੱਬ ਇੱਕ ਪਲ ਵਿੱਚ ਹੀ ਤਾਰ ਦਿੰਦਾ ਹੈ। ਜਿਹੜੇ ਅਗਿਆਨੀ ਨੇ ਨਾ, ਗਿਆਨਹੀਨ ਨੇ, ਪਸ਼ੂ ਔਰ ਪ੍ਰੇਤ ਬਿਰਤੀਆਂ ਨੇ, ਜੇ ਉਹ ਸੱਚ ਦੇ ਨਾਲ ਜੁੜ ਜਾਣ ਤਾਂ ਇੱਕ ਪਲ ਦੇ ਅੰਦਰ ਹੀ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਪ੍ਰੇਤੋਂ ਕੀਤੋਂ ਦੇਵਤਾ, ਪ੍ਰੇਤ ਤੋਂ ਇੱਕ ਪਲ ਵਿੱਚ ਹੀ ਦੇਵਤਾ ਬਣਾ ਦਿੰਦਾ ਹੈ। ਹੁਣ ਪ੍ਰੇਤ ਕੌਣ ਹੈ? ਮਾਇਆ ਮੋਹ ਸਭ ਪ੍ਰੇਤ ਹੈ। ਕਲ ਮਹਿ ਪ੍ਰੇਤ ਜਿਨੀ ਰਾਮ ਨਾ ਪਛਾਤਾ। ਜਿਹੜੇ ਹਰ ਇਨਸਾਨ ਵਿੱਚ ਰੱਬ ਦੀ ਜੋਤ ਨੂੰ ਨਹੀਂ ਪਛਾਣਦੇ, ਉਹ ਸਾਰੇ ਪ੍ਰੇਤ ਨੇ।
ਤੇ ਦੇਵਤੇ ਕੌਣ ਨੇ? ਜੋ ਸ਼ੁਭ ਗੁਣਾਂ ਦੇ ਨਾਲ ਜੁੜੇ ਨੇ। ਭੂਤ ਕੌਣ ਹੈ? ਨਾਮਹੀਨ ਫਿਰੈ ਬੇਤਾਲ, ਨਾਮਹੀਣੇ ਲੋਕ ਹੀ ਭੂਤ ਨੇ। ਅਗਿਆਨੀ ਜਿਹੜੇ ਨੇ, ਉਹਨਾਂ ਪਸ਼ੂ ਪ੍ਰੇਤ ਅਗਿਆਨੀਆਂ ਨੂੰ ਰੱਬ ਇੱਕ ਪਲ ਵਿੱਚ ਹੀ ਪਾਰ ਉਤਾਰਾ ਕਰ ਦਿੰਦਾ ਹੈ। ਦਿਨ ਸਰੈਣ ਤੇਰਾ ਨਾਉ ਸਦਾ ਸਦ ਜਾਪੀਐ। ਨਾਉ ਦਾ ਮਤਲਬ ਸਿਫਤ ਸਲਾਹ, ਨਾਉ ਦਾ ਮਤਲਬ ਹੁਕਮ। ਸਦਾ ਸਭ ਜਾਪੀਐ, ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣੀ। ਕਿ ਦਿਨ ਰਾਤ ਸਦਾ ਹੀ ਤੇਰੇ ਨਾਮ ਦੇ ਨਾਲ ਸਾਂਝ ਪਾਣੀ ਚਾਹੀਦੀ ਹੈ, ਤੇਰੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਤੇਰੀ ਰਜਾ ਦੇ ਅੰਦਰ ਤੁਰਨਾ ਚਾਹੀਦਾ ਹੈ। ਦਿਨ ਰਾਤ ਤੇਰੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਇਹਦੇ ਨਾਲ ਕੀ ਹੋਏਗਾ? ਤ੍ਰਿਸ਼ਨਾ ਭੁੱਖ ਵਿਕਰਾਲ ਨਾਏ ਤੇਰੇ ਧਰਾਪੀਐ। ਵਿਕਰਾਲ ਦਾ ਮਤਲਬ ਡਰਾਵਣੀ, ਭਿਆਨਕ। ਨਾਏ ਤੇਰੇ ਦਾ ਮਤਲਬ ਤੇਰੀ ਸਿਫਤ ਸਲਾਹ ਦੇ ਜ਼ਰੀਏ। ਧਰਾਪੀਏ ਦਾ ਮਤਲਬ ਰੱਜ ਜਾਂਦੀ ਹੈ। ਤਾਂ ਤੇਰੀ ਸਿਫਤ ਸਲਾਹ ਦੀ ਰਾਹੀਂ ਮਾਇਆ ਦੀ ਡਰਾਉਣੀ ਜਿਹੜੀ ਭੁੱਖ ਤ੍ਰੇ ਹੈ ਉਹ ਮਿਟ ਜਾਂਦੀ ਹੈ। ਭੈਭੀਤ ਕਰ ਦੇਣ ਵਾਲੀ ਭੁੱਖ ਤ੍ਰੇ ਹੈ ਨਾ ਮਾਇਆ ਦੀ। ਮਾਇਆ ਦਾ ਮਤਲਬ ਜਿਹੜੀ ਸਾਡੀ ਮਾੜੀ ਸੋਚ ਹੈ, ਤ੍ਰਿਸ਼ਨਾ ਹੈ, ਵਿਕਾਰ ਨੇ, ਪਾਪ ਨੇ, ਅਪਰਾਧ ਨੇ। ਇਹ ਬੜੀ ਡਰਾਵਣੀ ਭੁੱਖ ਤ੍ਰੇ ਤੇਰੀ ਸਿਫਤ ਸਲਾਹ ਕਰਨ ਦੇ ਨਾਲ ਮਿਟ ਜਾਂਦੀ ਹੈ। ਜਦੋਂ ਬੰਦਾ ਸੰਤੋਖ ਦਾ ਧਾਰਨੀ ਹੁੰਦਾ, ਤ੍ਰਿਸ਼ਨਾ ਮਿਟ ਜਾਂਦੀ ਹੈ। ਸੱਚ ਦਾ ਧਾਰਨੀ ਹੁੰਦਾ, ਝੂਠ ਮਿਟ ਜਾਂਦਾ ਹੈ। ਪ੍ਰੇਮ ਦਾ ਧਾਰਨੀ ਹੁੰਦਾ ਹੈ, ਈਰਖਾ ਮਿਟ ਜਾਂਦੀ ਹੈ। ਰੋਗ ਸੋਗ ਦੁੱਖ ਵੰਨੈ ਜਿਸ ਨਾਉ ਮਨ ਵਸੈ। ਨਾਉ ਦਾ ਮਤਲਬ ਸਿਫਤ ਸਲਾਹ, ਰੱਬੀ ਗੁਣ, ਰੱਬੀ ਹੁਕਮ। ਮਨ ਦਾ ਮਤਲਬ ਸੋਚ, ਵੰਨੈ ਦਾ ਮਤਲਬ ਦੂਰ ਹੋ ਜਾਂਦਾ ਹੈ। ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਹੁਕਮ ਵਸ ਜਾਂਦਾ ਹੈ, ਪ੍ਰਭੂ ਦੇ ਗੁਣ ਵਸ ਜਾਂਦੇ ਨੇ, ਉਹਦੇ ਮਨ ਵਿੱਚੋਂ ਵਿਕਾਰ, ਰੋਗ, ਸੰਸਾ, ਦੁੱਖ, ਇਹ ਸਾਰਾ ਕੁਝ ਦੂਰ ਹੋ ਜਾਂਦਾ ਹੈ। ਉਹਦੇ ਜੀਵਨ ਵਿੱਚ ਕਾਮ ਕ੍ਰੋਧ ਆਦਿਕ ਦੇ ਰੋਗ ਨਹੀਂ ਰਹਿੰਦੇ। ਉਹਦੀ ਜ਼ਿੰਦਗੀ ਦੇ ਅੰਦਰ ਸੋਗ, ਫਿਰ ਚਿੰਤਾਵਾਂ ਨਹੀਂ ਰਹਿੰਦੀਆਂ, ਔਰ ਇਹਨਾਂ ਰੋਗਾਂ ਤੋਂ ਪੈਦਾ ਹੋਏ ਦੁੱਖ ਵੀ ਨਹੀਂ ਰਹਿੰਦੇ। ਤਿਸਹਿ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸੈ। ਰਸੈ ਦਾ ਮਤਲਬ ਰਸ ਦਾ ਹੈ, ਰਸ ਸਹਿਤ ਹੁੰਦਾ ਹੈ, ਆਨੰਦ ਲੈਂਦਾ ਹੈ, ਰਸ ਮਾਣਦਾ ਹੈ। ਲਾਲ ਦਾ ਮਤਲਬ ਲਾਲ ਹੀਰਾ। ਪਰ ਇਹ ਲਾਲ ਹੀਰਾ, ਇਹ ਕੀਮਤੀ ਦਾਤ ਕਿਹਨੂੰ ਮਿਲਦੀ ਹੈ? ਗੁਰ ਸ਼ਬਦੀ ਦਾ ਮਤਲਬ ਜੋ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਇਹਨਾਂ ਗੁਣਾਂ ਦਾ ਰਸ ਮਾਣਦਾ ਹੈ, ਇਹ ਕੀਮਤੀ ਦਾਤ ਉਹਨਾਂ ਨੂੰ ਮਿਲ ਜਾਂਦੀ। ਆਤਮਿਕ ਜ਼ਿੰਦਗੀ ਜੀਣੀ, ਐਸਾ ਜੀਵਨ ਜੀਣਾ ਬਹੁਤ ਕੀਮਤੀ ਦਾਤ ਹੈ ਨਾ। ਤਾਂ ਇਹ ਕੀਮਤੀ ਦਾਤ ਉਹਨਾਂ ਨੂੰ ਮਿਲ ਜਾਂਦੀ ਹੈ। ਇਹ ਕੀਮਤੀ ਹੀਰਾ ਉਹਨਾਂ ਨੂੰ ਮਿਲਦਾ ਹੈ ਜੋ ਗੁਰੂ ਦੇ ਸ਼ਬਦ ਉਪਦੇਸ਼ ਰਾਹੀਂ ਇਹਨਾਂ ਗੁਣਾਂ ਦਾ ਰਸ ਮਾਣਦੇ ਨੇ, ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ। ਖੰਡ ਬ੍ਰਹਿਮੰਡ ਬੇਅੰਤ ਉਦਾਹਰਣ ਹਾਰਿਆ। ਉਦਾਹਰਣ ਹਾਰਿਆ ਦਾ ਮਤਲਬ ਤਾਰਨ ਵਾਲਿਆ। ਕਿ ਹੇ ਖੰਡਾਂ ਬ੍ਰਹਿਮੰਡਾਂ ਦੇ ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ। ਰੱਬ ਕਿੰਨਿਆਂ ਕੁ ਨੂੰ ਤਾਰ ਸਕਦਾ ਹੈ, ਜਾਂ ਰੱਬ ਦੇ ਗੁਣ ਕਿੰਨਿਆਂ ਕੁ ਲੋਕਾਂ ਨੂੰ ਤਾਰ ਸਕਦੇ ਨੇ? ਤਾਂ ਗੁਰੂ ਜੀ ਕਹਿੰਦੇ ਨੇ ਅਨੰਤ ਲੋਕਾਂ ਨੂੰ, ਜਿੰਨੇ ਵੀ ਲੋਕ ਰੱਬੀ ਗੁਣਾਂ ਦੇ ਨਾਲ ਜੁੜਨਗੇ, ਰੱਬੀ ਰਜਾ ਵਿੱਚ ਤੁਰਨਗੇ, ਉਹਨਾਂ ਸਾਰਿਆਂ ਦਾ ਹੀ ਪਾਰ ਉਤਾਰਾ ਹੋ ਜਾਏਗਾ। ਉਹ ਸਾਰੇ ਹੀ ਵਿਕਾਰਾਂ ਤੋਂ ਬਚ ਜਾਣਗੇ, ਆਤਮਕ ਮੌਤ ਤੋਂ ਬਚ ਜਾਣਗੇ। ਤਾਂ ਹੇ ਖੰਡਾਂ ਬ੍ਰਹਿਮੰਡਾਂ ਦੇ ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ, ਤੇਰੀ ਸ਼ੋਭਾ ਤੁਧ ਸੱਚੇ ਮੇਰੇ ਪਿਆਰਿਆ। ਤੁਧ ਦਾ ਮਤਲਬ ਤੈਨੂੰ ਹੀ ਫੱਬਦੀ ਹੈ। ਕਿ ਹੇ ਸਦਾ ਸਥਿਰ ਰਹਿਣ ਵਾਲੇ ਮੇਰੇ ਪਿਆਰੇ ਪ੍ਰਭੂ, ਤੇਰੀ ਸ਼ੋਭਾ ਤੈਨੂੰ ਹੀ ਫੱਬਦੀ ਹੈ। ਭਾਵ ਕਿ ਤੂੰ ਆਪਣੀ ਵਡਿਆਈ ਨੂੰ ਆਪ ਹੀ ਜਾਣਦਾ ਹੈ। ਤੇਰੀ ਵਡਿਆਈ ਦਾ, ਤੇਰੀ ਸ਼ੋਭਾ ਦਾ ਅੰਤ ਅਸੀਂ ਨਹੀਂ ਪਾ ਸਕਦੇ। ਸ਼ਲੋਕ ਮਹਿਲਾ ਪੰਜਵਾਂ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕਸੁੰਭ ਹੈ ਭੁੱਲੀ। ਰੰਗ ਕਸੁੰਭੇ ਦਾ ਮਤਲਬ ਕਸੁੰਭ ਦਾ ਰੰਗ। ਕਸੁੰਭੇ ਫੁੱਲ ਦਾ ਜਿਹੜਾ ਰੰਗ ਹੈ ਨਾ, ਗੂੜਾ ਤੇ ਸ਼ੋਕ ਹੁੰਦਾ ਹੈ, ਲੇਕਿਨ ਉਹ ਫਿੱਕਾ ਹੁੰਦਾ ਹੈ, ਛੇਤੀ ਲਹਿ ਜਾਂਦਾ ਹੈ, ਪੱਕਾ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੇ ਮਾਇਆ ਦੇ ਰੰਗ ਨੇ ਨਾ, ਵਿਸ਼ੇ ਵਿਕਾਰਾਂ ਦੇ, ਇਹਨਾਂ ਦਾ ਸੁੱਖ ਪਲ ਦੋ ਪਲ ਵਾਸਤੇ ਕਿਸੇ ਨੂੰ ਮਿਲ ਸਕਦਾ ਹੈ, ਪਰ ਇਹ ਸदैਵੀ ਸੁੱਖ ਨਹੀਂ ਹੈ। ਤਾਂ ਮਾਇਆ ਦਾ ਜਿਹੜਾ ਪਿਆਰ ਹੈ, ਉਹਨੂੰ ਕਸੁੰਭੇ ਰੰਗ ਦੀ ਤੁਲਨਾ ਦਿੰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਮੈਂ ਕਸੁੰਭੇ ਵਰਗੀ ਮਾਇਆ ਦੇ ਰੰਗ ਵਿੱਚ ਉਕਾਈ ਖਾ ਗਈ ਤੇ ਪਿਆਰਾ ਮਿੱਤਰ ਪ੍ਰਭੂ ਵਿਸਾਰ ਦਿੱਤਾ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ। ਜਿਹੜਾ ਮੇਰਾ ਪਿਆਰਾ ਮਿੱਤਰ ਪ੍ਰਭੂ ਸੀ, ਰੱਬ ਦੇ ਗੁਣ ਸਨ, ਉਹ ਮੈਂ ਛੱਡ ਦਿੱਤੇ, ਭੁੱਲ ਗਈ, ਭੁਲੇਖੇ ਵਿੱਚ, ਗਲਤੀ।
ਰੰਗ ਕਸੁੰਭੇ ਭੁੱਲੀ, ਤੇ ਮਾਇਆ ਦੇ ਰੰਗਾਂ ਪਿੱਛੇ ਭੁੱਲ ਗਈ, ਵਿਕਾਰਾਂ ਦੇ ਪਿੱਛੇ ਪੈ ਗਈ। ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹੋਂ ਤੁਧ ਬਿਨ ਅੱਢ ਨਾ ਲਹਿੰਦੀ। ਇਹਨੂੰ ਪਾਉਂਦੀ ਔਰ ਲਹਿੰਦੀ ਪੜਨਾ ਹੈ। ਅੱਢ ਦਾ ਮਤਲਬ ਅੱਧੀ ਦਮੜੀ, ਲਹਿੰਦੀ ਦਾ ਮਤਲਬ ਮੈਂ ਨਹੀਂ ਲੈ ਸਕਦੀ, ਤਉ ਕੀ ਦਾ ਮਤਲਬ ਤੇਰੀ ਕੀਮਤ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਇਸ ਉਕਾਈ ਵਿੱਚ ਮੈਥੋਂ ਤੇਰੀ ਕਦਰ ਨਹੀਂ ਪਈ। ਕਿਹੜੀ ਉਕਾਈ? ਗੁਣਾਂ ਨੂੰ ਛੱਡ ਕੇ ਔਗੁਣਾਂ ਵਿੱਚ ਲੱਗ ਗਈ, ਮਿੱਤਰ ਪਿਆਰੇ ਨੂੰ ਛੱਡ ਕੇ ਕਸੁੰਭੇ ਰੰਗ ਵਿੱਚ ਭੁੱਲ ਗਈ। ਤਾਂ ਮੇਰੇ ਤੋਂ ਤੇਰੀ ਕਦਰ ਨਹੀਂ ਪੈ ਸਕੀ, ਮੈਂ ਤੇਰੇ ਗੁਣਾਂ ਦੀ ਕਦਰ ਨਹੀਂ ਪਾਈ, ਤੇ ਉਹਦਾ ਰਿਜ਼ਲਟ ਕੀ ਨਿਕਲਿਆ? ਹੁਣ ਤੁਧ ਬਿਨ ਅੱਢ ਨਾ ਲਹਿੰਦੀ। ਤੇਰੇ ਤੋਂ ਬਿਨਾ ਮੈਂ ਅੱਧੀ ਦਮੜੀ ਵੀ ਨਹੀਂ ਹਾਂ, ਤੇਰੇ ਤੋਂ ਬਿਨਾ ਮੇਰੀ ਕੀਮਤ ਟੁੱਟੀ ਕੌਡੀ ਵੀ ਨਹੀਂ, ਤੇਰੇ ਤੋਂ ਬਿਨਾ ਮੇਰੀ ਅੱਧੀ ਦਮੜੀ ਵੀ ਕੀਮਤ ਨਹੀਂ। ਮੈਂ ਛੱਡ ਤੇ ਬੈਠੀ ਹਾਂ ਗੁਣਾਂ ਨੂੰ, ਅਵਗੁਣਾਂ ਵਿੱਚ ਤਾਂ ਲੱਗ ਤਾਂ ਗਈ ਹਾਂ, ਪਰ ਗੁਣਾਂ ਨੂੰ ਛੱਡ ਕੇ ਔਗੁਣਾਂ ਵਾਲੇ ਜੀਵਨ ਦੀ ਕੋਈ ਕੀਮਤ ਹੈ, ਕੋਈ ਵਡਿਆਈ ਹੈ? ਨਹੀਂ ਹੈ। ਮਹਿਲਾ ਪੰਜਵਾਂ। ਸੱਸ ਵਿਰਾਇਣ ਨਾਨਕ ਜੀਓ, ਸਸੁਰਾਵਾਦੀ ਜੇਠੋ ਪਉ ਪਉ ਲੂ ਹੈ। ਸੱਸ ਦਾ ਮਤਲਬ ਸੱਸ, ਇੱਥੇ ਸੱਸ ਦਾ ਮਤਲਬ ਹੈਗਾ ਅਵਿਦਿਆ, ਅਗਿਆਨਤਾ। ਵਿਰਾਇਣ ਦਾ ਮਤਲਬ ਹੈ ਵੈਰਨ। ਸਸੁਰਾ ਦਾ ਮਤਲਬ ਸਹੁਰਾ, ਯਾਨੀ ਸਰੀਰ ਦਾ ਮੋਹ ਜਿਹੜਾ ਹੈ। ਵਾਦੀ ਦਾ ਮਤਲਬ ਝਗੜਾਲੂ, ਝਗੜਾਲੂ। ਜੇਠ ਦਾ ਮਤਲਬ ਜੋ ਆਤਮਕ ਮੌਤ ਦਾ ਡਰ ਹੈ। ਪੌਪੋ ਦਾ ਮਤਲਬ ਮੁੜ ਮੁੜ ਕੇ। ਲੂਹੇ ਦਾ ਮਤਲਬ ਸਾੜਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਬੜੇ ਪਿਆਰ ਦੇ ਨਾਲ ਸਮਝਾ ਰਹੇ ਹਨ ਕਿ ਮਾਇਆ ਦੇ ਹੱਥੋਂ ਮੈਂ ਦੁਖੀ ਹਾਂ। ਸੱਸ ਵਿਰਾਇਣ, ਮਾਇਆ ਜਿਹੜੀ ਹੈ ਅਗਿਆਨਤਾ, ਉਹ ਵੈਰਨ ਹੈ ਮੇਰੀ। ਫਿਰ ਵੀ ਸਰੀਰ ਦੇ ਨਾਲ ਮੋਹ ਪਿਆਰ ਕਰਕੇ ਮਰਨ ਨੂੰ ਚਿੱਤ ਨਹੀਂ ਕਰਦਾ। ਫਿਰ ਵੀ ਸਰੀਰ ਨਾਲ ਮੋਹ ਹੋਣ ਕਰਕੇ ਮਰਨ ਨੂੰ ਚਿੱਤ ਨਹੀਂ ਕਰਦਾ। ਜਮ ਤੋਂ ਡਰ ਆਉਂਦਾ ਹੈ, ਮੌਤ ਤੋਂ ਡਰ ਲੱਗਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਨਾਨਕ, ਅਵਿਦਿਆ ਜੀਵ ਇਸਤਰੀ ਦੀ ਵੈਰਨ ਹੈ। ਸਰੀਰ ਦਾ ਮੋਹ ਸਰੀਰ ਦੀ ਪਾਲਣਾ ਵਾਸਤੇ ਨਿਤ ਹੀ ਝਗੜਾ ਕਰਦਾ ਹੈ, ਕੁਛ ਨਾ ਕੁਛ ਮੰਗਦਾ ਹੈ, ਖਾਣ ਨੂੰ ਮੰਗਦਾ ਹੈ, ਤੇ ਮੌਤ ਦਾ ਡਰ ਦੁਖੀ ਕਰ ਰਿਹਾ ਹੈ। ਸੱਸ ਵਿਰਾਇਣ ਦਾ ਮਤਲਬ ਅਵਿਦਿਆ ਮੇਰੀ ਵੈਰਨ ਹੈ। ਸਸੁਰਾਵਾਦੀ ਦਾ ਮਤਲਬ ਜੋ ਸਰੀਰ ਦਾ ਮੋਹ ਹੈ ਉਹ ਝਗੜਾਲੂ ਹੈ, ਜਿਹਦੇ ਕਰਕੇ ਜ਼ਿੰਦਗੀ ਵਿੱਚ ਵਾਦ ਵਿਵਾਦ ਪੈਂਦੇ ਨੇ ਔਰ ਸਰੀਰਕ ਪਦਾਰਥਾਂ ਦੀ ਖਿੱਚ ਵੱਧਦੀ ਹੈ। ਜੇਠੋ ਪਉ ਲੂ ਹੈ। ਪਉ ਦਾ ਮਤਲਬ ਮੁੜ ਮੁੜ ਕੇ। ਜਿਹੜਾ ਆਤਮਕ ਮੌਤ ਦਾ ਖਤਰਾ ਹੈ ਉਹ ਮੁੜ ਮੁੜ ਕੇ ਦੁਖੀ ਕਰਦਾ ਹੈ। ਹੱਬੇ ਪਸ ਪੁਣੇਂਦੇ ਵਤਨ, ਜਾਂ ਮੈਂ ਸੱਜਣ ਤੂੰ ਹੈ। ਹੱਬੇ ਦਾ ਮਤਲਬ ਸਾਰੇ ਹੀ, ਪਸ ਦਾ ਮਤਲਬ ਸਵਾ, ਪੁਣੇਂਦੇ ਵਤਨ ਦਾ ਮਤਲਬ ਛਾਣ ਦੇ ਫਿਰਨ, ਸਵਾ ਛਾਣ ਦੇ ਫਿਰਨ, ਪੁਣੇਂਦੇ ਵਤਨ ਛਾਣ ਦੇ ਫਿਰਨ, ਜ਼ੋਰ ਲਾ ਲੈਣ, ਟੱਕਰਾਂ ਮਾਰ ਲੈਣ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਾਂ ਮੈਂ ਸੱਜਣ ਤੂੰ ਹੈ ਕਿ ਹੇ ਪ੍ਰਭੂ, ਜੇ ਤੂੰ ਮੇਰਾ ਮਿੱਤਰ ਹੈ ਤਾਂ ਇਹ ਸਾਰੇ ਬੇਸ਼ੱਕ ਖੇ ਛਾਣਦੇ ਫਿਰਨ, ਮੇਰੇ ਉੱਤੇ ਇਹਨਾਂ ਦਾ ਕੋਈ ਅਸਰ ਨਹੀਂ ਹੈ। ਕਿੰਨਾਂ ਦਾ? ਅਵਿਦਿਆ ਦਾ, ਦੇ ਅਧਿਆਸ ਦਾ, ਆਤਮਕ ਮੌਤ ਦਾ। ਜੇ ਤੂੰ ਮੇਰਾ ਸੱਜਣ ਬਣ ਜਾਏ ਫਿਰ ਇਹ ਸਾਰੇ ਮੇਰੇ ਤੇ ਪ੍ਰਭਾਵ ਨਹੀਂ ਪਾ ਸਕਦੇ, ਭਾਵੇਂ ਸਵਾ ਛਾਣਦੇ ਫਿਰਨ। ਪੌੜੀ। ਜਿਸ ਤੂੰ ਉੱਠਾ ਚਿੱਤ ਤਿਸ ਦਰਦ ਨਿਵਾਰਣੋ, ਕਿ ਹੇ ਪ੍ਰਭੂ, ਜਿਸ ਤੇ ਹਿਰਦੇ ਵਿੱਚ ਤੂੰ ਵਸ ਪੈਂਦਾ ਹੈ ਉਹਦੇ ਸਾਰੇ ਦੁੱਖ ਦਰਦ ਦੂਰ ਕਰ ਦਿੰਦਾ ਹੈ। ਜਿਹਦੇ ਹਿਰਦੇ ਵਿੱਚ ਤੂੰ ਵਸ ਜਾਂਦਾ ਹੈ, ਮਤਲਬ ਤੇਰੇ ਗੁਣ ਵਸ ਜਾਂਦੇ ਨੇ, ਉਹਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ। ਜਿਸ ਤੂੰ ਉੱਠਾ ਚਿੱਤ ਤਿਸ ਕਦੇ ਨਾ ਹਾਰਨੋ। ਜਿਸ ਮਨੁੱਖ ਦੇ ਮਨ ਵਿੱਚ ਤੂੰ ਵਸ ਪੈਂਦਾ ਹੈ ਉਹ ਮਨੁੱਖ ਕਦੇ ਵੀ ਜੀਵਨ ਬਾਜੀ ਹਾਰਦਾ ਨਹੀਂ, ਉਹ ਕਦੇ ਵੀ ਵਿਕਾਰਾਂ ਅੱਗੇ ਹਾਰਦਾ ਨਹੀਂ, ਉਹ ਜਿੱਤਦਾ ਹੈ, ਉਹ ਜੀਵਨ ਬਾਜੀ ਜਿੱਤ ਜਾਂਦਾ ਹੈ। ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨੋ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਗੁਰੂ ਉਹਨੂੰ ਜ਼ਰੂਰ ਸੰਸਾਰ ਸਮੁੰਦਰ ਤੋਂ ਤਾਰ ਲੈਂਦਾ ਹੈ, ਪ੍ਰਤੱਖ ਤੌਰ ਤੇ, ਗਾਰੰਟੀ ਨਾਲ। ਗਾਰੰਟੀ ਸ਼ੁਦਾ ਉਹਦਾ ਪਾਰ ਉਤਾਰਾ ਪੱਕਾ ਹੈ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਜਿਹਨੂੰ ਗੁਰੂ ਮਿਲ ਪੈਂਦਾ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਗੁਰੂ ਉਹਨੂੰ ਸਰ ਪਰ ਤਾਰ ਲੈਂਦਾ ਹੈ, ਯਾਨੀ ਵਿਕਾਰਾਂ ਤੋਂ ਬਚਾ ਲੈਂਦਾ ਹੈ। ਜਿਸ ਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ। ਹੁਣ ਦੇਖੋ, ਪਹਿਲੇ ਸੱਚ ਨਾਲ ਸਿਹਾਰੀ ਲੱਗੀ ਹੈ ਨਾ, ਇਹਦਾ ਮਤਲਬ ਸੱਚ ਵਿੱਚ,
ਤੇ ਦੂਜੇ ਸੱਚ ਦੇ ਚੱਚੇ ਥੱਲੇ ਔਂਕੜੇ ਦਾ ਮਤਲਬ ਮੇਲ ਜੈਂਡਰ ਸਿੰਗੂਲਰ ਸ਼ਬਦ ਹੈ। ਉਹ ਜਿਸ ਮਨੁੱਖ ਨੂੰ ਤੂੰ ਸੱਚ ਵਿੱਚ ਜੋੜਦਾ ਹੈ ਉਹ ਸੱਚ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਲੈਂਦਾ ਹੈ। ਹਿਰਦੇ ਦਾ ਮਤਲਬ ਸੋਚ। ਹੁਣ ਸੱਚੇ ਇਨਸਾਨ ਦੀ ਨਿਸ਼ਾਨੀ ਹੈ ਸੱਚ ਵਿੱਚ ਲੱਗੇ ਹੋਏ ਦੀ। ਜਿਹੜਾ ਇਨਸਾਨ ਸੱਚ ਵਿੱਚ ਜੁੜਿਆ ਹੈ ਨਾ, ਉਹਦੀ ਸੋਚ ਸੱਚੀ ਹੋਵੇਗੀ। ਉਹ ਸਿਰਫ ਸੱਚ ਨੂੰ ਆਪਣੇ ਅੰਦਰ ਵਸਾਏਗਾ, ਮਨ ਵਿੱਚ ਵੀ, ਬਚਨਾਂ ਵਿੱਚ ਵੀ, ਕਰਮਾਂ ਵਿੱਚ ਵੀ। ਜਿਸ ਆਇਆ ਹੱਥ ਨਿਧਾਨ ਸੋ ਰਹਿਆ ਭਾਲਣੋ। ਇੱਥੇ ਭਾਲਣੋ ਦਾ ਮਤਲਬ ਹੈ ਬਾਹਰ ਖੋਜਣਾ, ਭਟਕਣਾ। ਇੱਥੇ ਭਾਲਣੋ ਦਾ ਮਤਲਬ ਭਟਕਣਾ ਹੈ। ਜਿਸ ਆਇਆ ਹੱਥ ਨਿਧਾਨ, ਜਿਸ ਮਨੁੱਖ ਦੇ ਹੱਥ ਵਿੱਚ ਇਹ ਗੁਣਾਂ ਦਾ ਖਜ਼ਾਨਾ ਆ ਗਿਆ, ਭਾਵ ਕਿ ਜਿਹਨੇ ਇਸ ਗੁਣਾਂ ਦੇ ਖਜ਼ਾਨੇ ਨੂੰ ਯੂਜ਼ ਕਰਨਾ ਸਿੱਖ ਲਿਆ, ਇਹਦੀ ਕਦਰ ਕਰਨੀ ਸਿੱਖ ਲਈ, ਇੰਪਲੀਮੈਂਟ ਕਰਨਾ ਸਿੱਖ ਲਿਆ, ਸੋ ਰਹਿਆ ਭਾਲਣੋਂ, ਫਿਰ ਉਹ ਭਟਕਣਾ ਤੋਂ ਬਚ ਜਾਂਦਾ ਹੈ। ਫਿਰ ਉਹ ਬੰਦਾ ਭਟਕਦਾ ਨਹੀਂ ਹੈ, ਫਿਰ ਉਹ ਸੱਚ ਦੇ ਨਾਲ ਜੁੜਿਆ ਰਹਿੰਦਾ ਹੈ, ਫਿਰ ਉਹਨੂੰ ਅਸਲੀਅਤ ਦੀ ਸਮਝ ਆ ਜਾਂਦੀ ਹੈ, ਫਿਰ ਉਹਦਾ ਮਨ ਇਧਰ ਉਧਰ ਧਿਆਨ ਜਿਹੜਾ ਹੈ ਭਟਕਦਾ ਨਹੀਂ ਹੈ। ਜਿਸ ਨੂੰ ਇੱਕੋ ਰੰਗ ਭਗਤ ਸੋ ਜਾਣਨੋ। ਇੱਥੇ ਰੰਗ ਦਾ ਮਤਲਬ ਹੈ ਪਿਆਰ। ਭਗਤ ਸੋ ਜਾਣਨੋ ਦਾ ਮਤਲਬ ਉਹਨੂੰ ਭਗਤ ਜਾਣਨਾ ਚਾਹੀਦਾ ਹੈ, ਉਹਨੂੰ ਭਗਤ ਸਮਝਣਾ ਚਾਹੀਦਾ ਹੈ ਕਿ ਇਹ ਬੰਦਾ ਭਗਤ ਹੈ। ਉਸ ਮਨੁੱਖ ਨੂੰ ਰੱਬ ਦਾ ਭਗਤ ਸਮਝੋ ਜਿਹਦੇ ਮਨ ਦੇ ਵਿੱਚ ਸਿਰਫ ਇੱਕ ਦਾ ਪਿਆਰ ਹੈ, ਜਿਹਦੇ ਮਨ ਦੇ ਅੰਦਰ ਮਾਇਆ ਦਾ, ਵਿਕਾਰਾਂ ਦਾ ਕੋਈ ਪਿਆਰ ਨਹੀਂ ਹੈ। ਇੱਕ ਦਾ ਪਿਆਰ ਹੈ, ਜੋ ਇੱਕ ਨੂੰ ਚਾਰ ਚੁਫੇਰੇ ਵੇਖਦਾ ਹੈ, ਜੋ ਇੱਕ ਦੇ ਹੁਕਮ ਵਿੱਚ ਤੁਰਦਾ ਹੈ, ਜੋ ਇੱਕ ਦੇ ਗੁਣਾਂ ਦਾ ਧਾਰਨੀ ਹੈ। ਉਹਨੂੰ ਪ੍ਰਭੂ ਦਾ ਪਿਆਰਾ ਭਗਤ ਕਿਹਾ ਜਾ ਸਕਦਾ ਹੈ, ਜਿਸ ਦੇ ਅੰਦਰ ਇੱਕ ਰੱਬੀ ਗੁਣਾਂ ਦਾ ਪਿਆਰ। ਉਹ ਸਭਨਾ ਕੀ ਰੇਣ ਬਿਰਹੀ ਚਾਰਨੋ। ਚਾਰਨੋ ਦਾ ਮਤਲਬ ਇੱਥੇ ਹੈਗਾ ਚਰਨ, ਬਿਰਹੀ ਦਾ ਮਤਲਬ ਹੈਗਾ ਪ੍ਰੇਮੀ। ਸਭਨਾ ਕੀ ਰੇਣ ਦਾ ਮਤਲਬ ਸਾਰਿਆਂ ਦੇ ਚਰਨਾਂ ਦੀ ਧੂੜ। ਤਾਂ ਬਿਰਹੀ ਚਾਰਨੋ ਦਾ ਮਤਲਬ ਰੱਬੀ ਚਰਨਾਂ ਦਾ ਪ੍ਰੇਮੀ, ਰੱਬੀ ਗੁਣਾਂ ਦਾ ਜੋ ਪ੍ਰੇਮੀ ਹੈ, ਰੱਬੀ ਰਜ਼ਾ ਦਾ ਜੋ ਪ੍ਰੇਮੀ ਹੈ। ਉਹ ਸਭਨਾ ਕੀ ਰੇਣ, ਉਹ ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿੰਦਾ ਹੈ। ਚਰਨ ਧੂੜ ਦਾ ਮਤਲਬ ਨਿਮਰਤਾ ਦੇ ਨਾਲ ਪੇਸ਼ ਆਉਂਦਾ ਹੈ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ। ਉਹਦੀ ਇਹ ਅਵਸਥਾ ਹੁੰਦੀ ਹੈ ਜੋ ਰੱਬੀ ਚਰਨਾਂ ਦਾ ਭੌਰਾ ਹੈ, ਰੱਬੀ ਗੁਣਾਂ ਦਾ ਜੋ ਭੌਰਾ ਹੈ, ਪਿਆਰਾ ਹੈ, ਉਹ ਸਭ ਦੇ ਨਾਲ ਨਿਮਰਤਾ ਵਾਲਾ ਵਿਹਾਰ ਕਰਦਾ ਹੈ। ਸਭ ਤੇਰੇ ਚੋਜ ਵਿਡਾਣ, ਸਭ ਤੇਰਾ ਕਾਰਣੋ। ਵਿਡਾਣ ਦਾ ਮਤਲਬ ਹੈਗਾ ਅਸ਼ਚਰਜ, ਹੈਰਾਨ ਕਰ ਦੇਣ ਵਾਲੇ, ਵੰਡਰਫੁਲ। ਸਭ ਤੇਰੇ ਚੋਜ, ਚੋਜ ਦਾ ਮਤਲਬ ਸਾਰੇ ਤਮਾਸ਼ੇ, ਖੇਡ ਤਮਾਸ਼ੇ। ਕਾਰਣੋਂ ਦਾ ਮਤਲਬ ਬਣਤਰ। ਇਹ ਸਾਰੇ ਤੇਰੇ ਅਸ਼ਚਰਜ ਤਮਾਸ਼ੇ ਨੇ, ਔਰ ਇਹ ਸਾਰਾ ਸੰਸਾਰ ਪ੍ਰਭੂ ਤੇਰਾ ਹੀ ਖੇਲ ਹੈ। ਔਰ ਇਸ ਖੇਲ ਤਮਾਸ਼ੇ ਦੇ ਅੰਦਰ ਤੂੰ ਹੀ ਹਰ ਥਾਂ ਦੇ ਉੱਤੇ ਵਾਪਰ ਰਿਹਾ ਹੈ, ਵਸ ਰਿਹਾ ਹੈ। ਤੇਰੇ ਹੀ ਰਜ਼ਾ ਭਾਣੇ ਦੇ ਅੰਦਰ ਇਹ ਸਾਰੇ ਦਾ ਸਾਰਾ ਸਿਲਸਿਲਾ ਚੱਲੀ ਜਾ ਰਿਹਾ ਹੈ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਇੰਟਰਨੈਟ ਦੀ ਪ੍ਰੋਬਲਮ ਕਰਕੇ ਮੈਂ ਕਾਫੀ ਲੇਟ ਹੋ ਗਿਆ, ਉਸ ਵਾਸਤੇ ਮੈਂ ਖਿਮਾ ਚਾਹਾਂਗਾ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਆਪਣਾ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਅਨਮਿਊਟ